तू मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਈਵਨਿੰਗ, ਗੁੱਡ ਮਾਰਨਿੰਗ, ਜਿੱਥੇ ਕਿਤੇ ਵੀ ਤੁਸੀਂ ਕਾਸ਼ੀ ਟੀਵੀ ਦੇਖ ਰਹੇ ਹੋ। ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਹੈਲਥ ਟਾਕ ਸ਼ੋ ਤੇ ਅੱਜ ਦਾ ਸਾਡਾ ਮੇਨ ਟੌਪਿਕ ਰਹੇਗਾ ਐਥਰਾਈਟਿਸ ਤੇ ਇਹਦੇ ਵਿੱਚ ਮੇਰਾ ਸਾਥ ਦੇਣਗੇ ਡਾਕਟਰ ਸਾਹਿਬ ਜੋ ਸਾਨੂੰ ਪੂਰੀ ਜਾਣਕਾਰੀ ਦੇਣਗੇ ਐਥਰਾਈਟਿਸ ਦੇ ਬਾਰੇ। ਸੋ ਇਸ ਟੌਪਿਕ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਐਥਰਾਈਟਿਸ ਪਹਿਲੇ ਤੇ ਕੀ ਹੁੰਦਾ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਾਅਦ ਐਥਰਾਈਟਿਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤੇ ਕੀ ਸਾਈਨ ਹੁੰਦੇ ਨੇ ਅਗਰ ਕਿਸੇ ਨੂੰ ਐਥਰਾਈਟਿਸ ਜਿਹਨੂੰ ਅਸੀਂ ਗੰਠੀਆਂ ਕਹਿੰਦੇ ਆ, ਅਗਰ ਗੰਠੀਆਂ ਹੈ ਤੇ ਉਹਦੇ ਵਿੱਚ ਕੀ ਸਾਈਨਸ ਹੁੰਦੇ ਨੇ ਤੇ ਜੇਕਰ ਬੱਚਿਆਂ ਨੂੰ ਐਥਰਾਈਟਿਸ ਹੁੰਦਾ ਉਹ ਅਸੀਂ ਕਿਸ ਤਰ੍ਹਾਂ ਡਾਇਗਨੋਸ ਕਰ ਸਕਦੇ ਹਾਂ। ਟ੍ਰੀਟਿੰਗ ਐਥਰਾਈਟਿਸ ਜਿਹੜਾ ਉਪਚਾਰ ਹੈਗਾ ਐਥਰਾਈਟਿਸ ਦਾ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਫਰਦਰ ਇਨਫੋਰਮੇਸ਼ਨ ਅਗਰ ਤੁਹਾਨੂੰ ਐਥਰਾਈਟਿਸ ਹੈ ਉਹਦੇ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤੇ ਕਿੱਥੋਂ ਦੀ ਹਾਸਿਲ ਕਰ ਸਕਦੇ ਹੋ। ਲਿਵਿੰਗ ਵਿਦ ਐਥਰਾਈਟਿਸ ਵੀ ਦੱਸਿਆ ਜਾਏਗਾ ਜੇਕਰ ਤੁਹਾਨੂੰ ਐਥਰਾਈਟਿਸ ਹੈ ਕਿਹੜੇ ਫੂਡ ਕਿਹੜੀ ਡਾਈਟ ਤੁਸੀਂ ਅਪਣਾ ਕੇ ਆਪਣੀ ਗੰਠੀ ਨੂੰ ਠੀਕ ਕਰ ਸਕਦੇ ਹੋ ਜਾਂ ਕੰਟਰੋਲ ਦੇ ਵਿੱਚ ਕਰ ਸਕਦੇ ਹੋ ਤਾਂ ਕਿ ਗਾਹ ਨਾ ਵਧੇ। ਇਸ ਤੋਂ ਇਲਾਵਾ ਜੁਆਇੰਟ ਕੇਅਰ ਐਕਸਰਸਾਈਜ਼ ਜਿਹੜੀ ਹੈਗੀ ਹੈ ਉਹ ਕਿਹੜੀ ਹੁੰਦੀ ਹੈਗੀ ਹੈ। ਨਾਲ ਕਰਾਂਗੇ ਅਸੀਂ ਡਰਾਈਵਿੰਗ ਇਨ ਐਥਰਾਈਟਿਸ ਇਸ ਵਾਰ। ਸੋ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਆਪਣੇ ਕਾਸ਼ੀ ਟੀਵੀ ਤੇ ਜੋ ਕਿ ਸਾਡਾ ਸਾਥ ਦੇਣਗੇ ਅੱਜ ਦੇ ਹੈਲਥ ਟੌਪਿਕ ਦੇ ਵਿੱਚ। ਡਾਕਟਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਕਾਸ਼ੀ ਟੀਵੀ ਤੇ। ਥੈਂਕ ਯੂ ਅਗੇਨ ਫॉर ਕਮਿੰਗ ਐਂਡ ਬੀਇੰਗ ਪਾਰਟ ਆਫ ਹੈਲਥ ਟਾਕ ਸ਼ੋ। ਤੁਹਾਡਾ ਬਹੁਤ ਧੰਨਵਾਦ। ਨਹੀਂ ਮੇਰਾ ਭਾਗ ਹੈਗਾ ਤੁਸੀਂ ਨਾ ਕਿ ਇਨਵਾਈਟ ਕਰਦੇ ਆ ਔਰ ਮੌਕਾ ਦਿੰਦੇ ਆ ਕਿ ਹੂਬਰੂ ਰੋਵਾਂ ਵਿਊਅਰਸ ਦੇ ਨਾਲ ਔਰ ਜਿਹੜਾ ਥੋੜ੍ਹੀ ਬਹੁਤੀ ਮੱਤ ਹੈਗੀ ਆ ਜੋ ਸਿੱਖਿਆ ਹੈਗੀ ਉਹ ਮੈਂ ਸ਼ੇਅਰ ਕਰਾਂ। ਇਹ ਤਾਂ ਗੱਲ ਸਹੀ ਹੈ, ਜਿੰਨੀ ਅਸੀਂ ਇਨਫੋਰਮੇਸ਼ਨ ਸਾਡੇ ਕੋਲ ਹੁੰਦੀ ਹੈ ਦੂਸਰਿਆਂ ਨਾਲ ਸ਼ੇਅਰ ਕਰਦੇ ਤੇ ਗਾਂ ਨੌਲੇਜ ਵੱਧਦੀ ਹੈਗੀ ਆ। ਤੇ ਡਾਕਟਰ ਸਾਹਿਬ ਅਸੀਂ ਅੱਜ ਐਥਰਾਈਟਿਸ ਯਾਨੀ ਕਿ ਗੰਠੀਏ ਦੀ ਗੱਲ ਕਰ ਰਹੇ ਹਾਂ ਜੋ ਕਿ ਸਾਡੀ ਏਸ਼ੀਅਨ ਕਮਿਊਨਿਟੀ 'ਚ ਦੇਖਣ ਦੇ ਵਿੱਚ ਆਇਆ ਕਿ ਕਾਫੀ ਫੈਲਿਆ ਹੋਇਆ ਹੈ, ਕਾਫੀ ਔਰਤਾਂ ਨੂੰ ਦੇਖਣ ਦੇ ਵਿੱਚ ਜ਼ਿਆਦਾ ਹੈ ਮਰਦਾਂ ਦੇ ਮੁਕਾਬਲੇ। ਤੇ ਸਭ ਤੋਂ ਪਹਿਲੇ ਆਪਾਂ ਥੋੜ੍ਹਾ ਜਿਹਾ ਐਥਰਾਈਟਿਸ ਦੇ ਬਾਰੇ ਦੱਸਾਂਗੇ ਵੀ ਐਥਰਾਈਟਿਸ ਹੁੰਦਾ ਕੀ ਹੈਗਾ। ਓਕੇ, ਆਰਥਰਾਈਟਿਸ ਵੈਸੇ ਤਾਂ 32 ਕਿਸਮ ਦੇ ਆਰਥਰਾਈਟਿਸ ਹੈਗੇ ਆ। ਹਾਂਜੀ, ਉਸ ਤੋਂ ਜ਼ਿਆਦਾ ਵੀ ਹੈਗੇ ਆ ਕਿਉਂਕਿ ਨਾ ਕੀ ਹੈ ਉਸ ਤੋਂ ਡਾਇਲੈਕਟਸ ਅੱਗੇ ਵੀ ਆ ਜਾਂਦੇ ਆ ਛੋਟੇ ਬਟ ਮੇਨ ਜਿਹੜੇ ਹੈਗੇ 32 ਹੈਗੇ ਆ। ਔਰ ਆਰਥਰਾਈਟਿਸ ਇੱਕ ਤਾਂ ਆਸਟਰ ਆਰਥਰਾਈਟਿਸ ਹੈਗੀ ਆ ਔਰ ਇੱਕ ਹੈਗੀ ਰੂਮਟੋਇਡ। ਔਰ ਜਿਹੜੇ ਦੋ ਮੇਨ ਕਾਮਨ ਜਿਹੜੇ ਹੈਗੇ ਆ ਆਸਟਰਾਈਟਿਸ ਔਰ ਰੂਮਟੋਇਡ ਆਰਥਰਾਈਟਿਸ ਹੈਗੇ ਦੋ ਮੇਨ ਜਿਹੜੇ ਕਾਮਨ ਹੈਗੇ ਆ। ਆਸਟਰਾਈਟਿਸ ਹੈਗੀ ਮੋਸਟ ਕਾਮਨ ਟਾਈਪ ਆਫ ਆਰਥਰਾਈਟਿਸ ਹੈਗੀ ਆ। ਉਹ ਹੁੰਦੀ ਹੈ ਖਾਸ ਕਰਕੇ ਜਿਹੜੇ ਨਾ ਕਿ ਲੋਕ 40 ਦੇ ਵਿੱਚ ਮਿਡ 40 ਜਿਹਨੂੰ ਕਹਿੰਦੇ 40 ਤੋਂ 50 ਦੇ ਵਿੱਚ ਹੈਗੇ ਆ। ਜਿਹੜੇ ਸਟੈਟਸ ਸਾਨੂੰ ਦੱਸਦੇ ਆ, ਜਿਹੜੇ ਫਿਗਰ ਸਾਨੂੰ ਜੇ ਨੈਸ਼ਨਲ ਹੈਲਥ ਤੋਂ ਪਤਾ ਲੱਗ ਰਹੇ ਉਹ ਦੱਸ ਰਹੇ ਆ। ਜਿਹੜੀ ਆਪਣੇ ਕਾਰਟ੍ਰਿਜਸ ਹੈਗੀਆਂ ਵਾ ਸਰੀਰ ਦੇ ਵਿੱਚ ਆਪਾਂ ਨਾ ਕੀ ਕਹਿੰਦੇ ਜੋਰਾਂ ਦੀ ਬਿਮਾਰੀ, ਆਪਾਂ ਜਿਹੜੇ ਲੋਕ ਹੈ ਕਹਿੰਦੇ ਜੋਰਾਂ ਦੀ ਬਿਮਾਰੀ ਹੋ ਗਈ ਔਰ ਆਮ ਤੌਰ 'ਤੇ ਅਸੀਂ ਸੋਚਦੇ ਜੋਰਾਂ ਦੀ ਬਿਮਾਰੀ ਗੋਡਿਆਂ 'ਚ ਹੀ ਆ। ਜੇ ਜੋਰਾਂ ਦੀ ਬਿਮਾਰੀ ਹੁੰਦੀ ਗੋਡਿਆਂ 'ਚ ਹੀ ਹੁੰਦੀ ਆ ਪਰ ਨਹੀਂ। ਜੋ ਇਹ ਜਿਹੜੀ ਆਸਟਰਾਈਟਿਸ ਹੈਗੀ ਆ ਇਹ ਹੱਥਾਂ 'ਚ ਵੀ ਆ ਸਕਦੀ ਆ। ਇਹ ਤੁਹਾਡੇ ਸਪਾਈਨ ਦੇ ਵਿੱਚ ਜਿਹੜੀ ਨਾ ਕਿ ਆਪਣੀ ਪਿੱਠ ਕਹਿੰਦੇ ਆ ਥੱਲੜੀ ਪਿੱਠ ਸਪਾਈਨ ਦੇ ਵਿੱਚ ਉਹ ਨਾ ਕੀ ਆ ਗੋਡਿਆਂ 'ਚ ਤਾਂ ਹੈਗਾ ਹੀ ਆ। ਔਰ ਸਾਡੇ ਨਾ ਕੀ ਆ ਲੱਕ ਵਿੱਚ ਵੀ ਹਿੱਪ ਜਿਹਨੂੰ ਕਹਿੰਦੇ ਆ ਉਹ 'ਚ ਵੀ ਆ ਜਾਂਦੀ ਆ ਔਰ ਦਰਦ ਬਹੁਤ ਹੁੰਦੀ ਹੈ ਕੋਈ ਸ਼ੱਕ ਨਹੀਂ। ਪਰ ਇਹਦਾ ਜਿਹੜਾ ਐਕਸਰਸਾਈਜ਼ ਰੈਗੂਲਰ ਉਹ ਭਾਰ ਜੇ ਜ਼ਿਆਦਾ ਸਾਰਾ ਫਰਜ਼ ਕਰੋ ਜੇ ਸਾਡਾ ਭਾਰ ਵਧਿਆ ਆਇਆ ਵਾ ਉਹ ਸਾਡਾ ਵੇਟ ਨਾ ਕਿ ਜ਼ਿਆਦਾ ਵਾ ਵੇਟ ਨੂੰ ਨਾ ਕਿ ਲੂਜ਼ ਕਰਨਾ ਬੜਾ ਜ਼ਰੂਰੀ ਹੁੰਦਾ ਵਾ ਕਿਉਂਕਿ ਜੇ ਵੈਸੇ ਹੀ ਤੁਹਾਨੂੰ ਦਰਦ ਹੋ ਰਹੀ ਹੈ ਸੋ ਆਰਥਰਾਈਟਿਸ ਹੈਗੀ ਆ। ਜਿਹੜਾ ਭਾਰ ਆ ਉਹ ਨਾ ਕਿ ਉਹਦੇ ਉੱਪਰ ਭਾਰ ਹੋਰ ਪਾਉਂਦਾ ਵਾ ਫਿਰ ਦਰਦ ਜਿਹੜੀ ਉਹ ਡਬਲ ਹੋ ਜਾਂਦੀ ਹੈ। ਸੋ ਭਾਰ ਘਟਾਉਣਾ ਬੜਾ ਜ਼ਰੂਰੀ ਹੁੰਦਾ ਵਾ ਜੀ। ਜੇ ਤੁਹਾਨੂੰ ਗੋਡਿਆਂ ਵਿੱਚ ਪੈਰਾਂ ਵਿੱਚ ਆਰਥਰਾਈਟਿਸ ਹੈਗੀ ਆ ਕਿ ਜਿਹੜੇ ਪੈਰ ਸ਼ੂ ਹੈਗੇ ਤੁਹਾਡੇ ਉਹ ਨਾ ਕੀ ਆ ਸਰਟਨ ਸ਼ੂ ਹੁੰਦੇ ਆ ਜਿਹਨਾਂ ਦੇ ਵਿੱਚ ਸਰਟਨ ਗ੍ਰਿਪ ਹੁੰਦੀ ਹੈ ਫੁੱਟਵੇਅਰ ਹੁੰਦਾ ਵਾ ਜਿਹੜਾ ਤੁਹਾਨੂੰ ਕੰਫਰਟੇਬਲ ਰੱਖਦਾ ਵਾ ਤੁਰਨ ਲਈ। ਉੱਦਾਂ ਤਾਂ ਬੜਾ ਦਰਦ ਹੁੰਦਾ ਵਾ। ਜੇ ਫੁੱਟਵੇਅਰ ਹੈ ਨਾ ਉਹ ਵੀ ਬੜਾ ਜ਼ਰੂਰੀ ਹੈਗਾ ਵਾ। ਔਰ ਸਪੈਸ਼ਲ ਡਿਵਾਈਸਾਂ ਹੁੰਦੀਆਂ ਵਾ ਸਪੈਸ਼ਲ ਨਾ ਕੀ ਆ ਇਕਵਿਪਮੈਂਟ ਹੁੰਦੀ ਆ ਜਿਹੜੇ ਆਪਾਂ ਸਾਡੇ ਜਿਹੜੇ ਔਰਥੋਪੀਡਿਕ ਵਾਲੇ ਹੈਗੇ ਆ ਅਸੈਸਮੈਂਟ ਸੈਂਟਰਸ ਹੈਗੇ ਹਸਪਤਾਲ 'ਚ ਉਹ ਤੁਹਾਨੂੰ ਦੇ ਦਿੰਦੇ ਆ। ਜਾਂ ਤੁਸੀਂ ਪੇਨ ਰਿਲੀਫ ਸੈਂਟਰ ਹੈਗੇ ਆ ਉਹ ਕਈ ਵਾਰੀ ਇੱਦਾਂ ਹੁੰਦਾ ਵਾ ਜਿਹੜੀ ਜੋਰਾਂ ਦੀ ਬਿਮਾਰੀ ਹੈਗੀ ਆ
ਉਹਦੀ ਦਰਦ ਇੰਨੀ ਹੁੰਦੀ ਆ ਕਿ ਉਹਦੇ ਲਈ ਤੁਹਾਨੂੰ ਪੇਨ ਰਿਲੀਫ ਮੈਨੇਜਮੈਂਟ, ਦਰਦਾਂ ਦੀ ਜਿਹੜੀ ਨਾ ਕੀ ਹੈ ਮੈਨੇਜਮੈਂਟ ਆ, ਉਹਦੀ ਕਲੀਨਿਕ ਹੁੰਦੀ ਆ। ਉੱਥੇ ਤੁਹਾਨੂੰ ਫਿਰ ਤੁਹਾਡਾ ਡਾਕਟਰ ਭੇਜਦਾ ਵਾ, ਉਹ ਤੁਹਾਨੂੰ ਫਿਰ ਸਿਖਾਉਂਦੇ ਆ ਦਰਦ ਦੇ ਨਾਲ ਜੀਣਾ ਕਿੱਦਾਂ ਵਾ। ਕੋਈ ਦਰਦ ਸਾਰੀ ਨੇ ਖਤਮ ਹੋ ਜਾਂਦੀ। ਹਾਂਜੀ, ਬਿਕੋਜ਼ ਦਿਸ ਲਾਈਫ ਕਹਿੰਦੇ ਵੀ ਲੌਂਗ ਟਰਮ ਜਿਹੜੀ ਹੈਗੀ ਹੈ ਤੁਹਾਨੂੰ ਹਮੇਸ਼ਾ ਲਈ ਹੈ, ਤੁਹਾਨੂੰ ਜੀਣਾ ਪੈਂਦਾ। ਆਰਥਰਾਈਟਿਸ ਇੱਦਾਂ ਦੀ ਬਿਮਾਰੀ, ਤੁਹਾਨੂੰ ਇਹਦੇ ਨਾਲ ਜੀਣਾ ਪੈਂਦਾ। ਮੇਰੀ ਆਪਣੀ ਸਕੀ ਮਾਸੀ ਹੁਣ ਤੋਂ ਚਲੋ ਜਾ ਚੁੱਕੇ ਹੈਗੇ ਆ, ਪਰ ਉਹ ਜਾਂ ਜੀਂਦੇ ਸੀ ਉਹਨਾਂ ਨੇ ਨਾ ਕੀ 50 ਸਾਲ ਤੋਂ ਉੱਪਰ ਜੀ ਹੈਗੇ, ਉਹ ਜੀ ਹੈਗੇ ਆ ਆਰਥਰਾਈਟਿਸ ਦੇ ਨਾਲ, ਸਵੇਰ ਆਰਥਰਾਈਟਿਸ ਦੇ ਨਾਲ। ਔਰ ਠੰਡ ਜਿਹੜੀ ਆ, ਠੰਡ ਦੇ ਵਿੱਚ ਤੁਹਾਨੂੰ ਹਮੇਸ਼ਾ ਰੈਪੋਬੋਮ, ਕਿਉਂਕਿ ਠੰਡ ਜਿਹੜੀ ਆ ਉਹ ਹੱਡਾਂ ਲਈ ਨਹੀਂ ਚੰਗੀ, ਖਾਸ ਕਰਕੇ ਜਿਹਨਾਂ ਨੂੰ ਜੋੜਾਂ ਦੀ ਬਿਮਾਰੀ ਹੈ। ਆਪਾਂ ਨਿੱਘਾ ਰਹਿਣਾ ਚਾਹੀਦਾ। ਨਿੱਘ ਇਜ਼ ਰੀਅਲੀ ਇੰਪੋਰਟੈਂਟ। ਹੀਟ ਇੰਪੋਰਟੈਂਟ ਹੁੰਦੀ ਹੈ ਆਰਥਰਾਈਟਿਸ ਲਈ। ਸੋ ਗਰਮੈਸ਼ ਜਿੰਨੀ ਹੋਈ ਉਨੀ ਵਧੀਆ। ਸੋ ਡਾਕਟਰ ਸਾਹਿਬ 10 ਮਿਲੀਅਨਸ ਲੋਕ ਕਹਿੰਦੇ ਵੀ ਯੂਕੇ ਦੇ ਵਿੱਚ ਜਿਹੜੇ ਐਥਰਾਈਟਿਸ ਦੇ ਨਾਲ ਸਫਰ ਕਰਦੇ ਆ, ਨਾਟ ਜਸਟ ਆਵਰ ਏਸ਼ੀਅਨ ਕਮਿਊਨਿਟੀ, ਸਾਰੇ ਲੋਕਾਂ ਨੂੰ ਹੈਗੀ ਹੈ ਨਹੀਂ ਵੀ ਸਰਟਨ ਦੇਖ ਕੇ ਵੀ ਐਥਰਾਈਟਿਸ ਹੁੰਦਾ ਵੀ ਇਹ ਕਮਿਊਨਿਟੀ ਨੂੰ ਹੋਣਾ ਹੈ ਨਹੀਂ ਹੋਣਾ, ਬਟ ਦੇयर ਇਜ਼ ਅ 10 ਮਿਲੀਅਨਸ ਪੀਪਲ। ਸਪੈਸ਼ਲੀ ਜਿਹੜੀ ਹੈ ਸ਼ਿਕਾਇਤ ਬਜ਼ੁਰਗਾਂ ਦੇ ਵਿੱਚ ਦੇਖਣ ਦੇ ਵਿੱਚ ਜ਼ਿਆਦਾ ਆਈ ਹੈ। ਕਿਉਂ ਕਰ ਰਹੇ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ? ਡੂ ਯੂ ਥਿੰਕ ਦੇयर ਇਜ਼ ਅ ਸਰਟਨ ਰੀਜ਼ਨ ਔਰ ਏਜ ਫੈਕਟਰ ਕਰਕੇ ਹੁੰਦਾ? ਇਹ ਚਲੋ ਏਜ ਫੈਕਟਰ ਤਾਂ ਹੈਗਾ ਹੀ ਆ, ਪਰ ਦੂਜੇ ਪਾਸੇ ਆਪਣੇ ਜਿਹੜੇ ਨਾ ਕੀ ਆ ਸਾਡੀ ਕਮਿਊਨਿਟੀ ਦੇ ਵਿੱਚ ਆਪਾਂ ਹੁਣ ਤੁਹਾਨੂੰ ਡਿਫਰੈਂਸ ਆਪਣੀ ਕਮਿਊਨਿਟੀ ਔਰ ਦੂਜੀ ਕਮਿਊਨਿਟੀ ਦਾ ਦੱਸਦਾ ਪਹਿਲਾਂ, ਅੱਗੇ ਜਾਣ ਤੋਂ ਪਹਿਲਾਂ। ਆਪਣੇ ਕਮਿਊਨਿਟੀਆਂ ਦੇ ਵਿੱਚ ਏਸੀ ਨਾ ਕੀ ਆ ਉਹ ਜਿਹੜੀ ਡਾਇਗਨੋਸਿਸ ਹੈਗੀ ਹੈ ਆਰਥਰਾਈਟਿਸ ਦੀ, ਉਹ ਬੜੀ ਨਾ ਕੀ ਆ ਡਿਲੇ ਕਰਕੇ ਅਸੀਂ ਡਾਇਗਨੋਸ ਹੁੰਦੇ ਹਾਂ। ਕਿ ਅਸੀਂ ਕਹਿੰਦਾ ਯਾਰ ਦਰਦ ਹੋਈ, ਥੱਕਿਆ ਸੀਗਾ, ਥੱਕੀ ਸੀਗੀ, ਦਵਾਈ ਖਾ ਲਓ। ਉਹ ਯਾਰ ਦਰਦ ਹੋਇਆ ਸੀ, ਮੈਂ ਥੱਕ। ਇਹ ਨਹੀਂ ਸੋਚਦੇ ਕਿ ਸਾਡਾ ਭਾਰ ਵਧਿਆ, ਇਹ ਨਹੀਂ ਸੋਚਦੇ ਕਿ ਆਪਾਂ ਮੈਨੂਅਲ ਹੈਲਡਿੰਗ ਕਿੱਦਾਂ ਬਹਿ ਕੇ ਉੱਠਦੇ ਹਾਂ, ਸਾਡੇ ਨਾਲ ਕੀ ਹੈ ਜੋਇੰਟਸ ਕਿੱਦਾਂ ਹਿਲਾ ਰਹੇ ਹਾਂ, ਆਪਾਂ ਕਿਹੜਾ ਕੰਮ ਕਰ ਰਹੇ ਹਾਂ। ਕਈ ਚੀਜ਼ਾਂ ਫੈਕਟਰ ਚਾਹੀਦੀਆਂ। ਐਕਸਰਸਾਈਜ਼ ਆਪਾਂ ਨਹੀਂ ਕਰਦੇ, ਭਾਰ ਆਪਣੇ ਵਧੇ ਹੁੰਦੇ ਆ, ਸੋ ਉਹ ਕਈ ਚੀਜ਼ਾਂ ਡਿਲੇ ਕਰਦੇ। ਦੂਜੇ ਪਾਸੇ ਜਦ ਸਾਨੂੰ ਨਾ ਕਿ ਡਾਇਗਨੋਸ ਹੋ ਵੀ ਜਾਂਦਾ ਵਾ ਇਹ ਜੋੜਾਂ ਦੀ ਬਿਮਾਰੀ ਦਾ, ਇਸੀ ਨਾ ਕਿ ਫਿਰ ਵੀ ਇਸੀ ਆਪਣੇ ਆਪ ਨੂੰ ਉਹ ਕੰਟਰੋਲ ਨਹੀਂ ਰੱਖਦੇ ਕਿ ਪੇਨ ਮੈਨੇਜਮੈਂਟ ਦਾ। ਜਿਹੜੇ ਨਾ ਕਿ ਦੂਜੇ ਕਮਿਊਨਿਟੀ ਖਾਸ ਕਰ ਗੋਰੇ, ਇਹਨਾਂ ਨੂੰ ਪਤਾ ਹੁੰਦਾ ਕਿ ਮੈਨੂੰ ਜੋੜਾਂ ਦੀ ਬਿਮਾਰੀ ਹੋ ਗਈ ਆ, ਇਹਦੇ ਨਾਲ ਮੈਂ ਜੀਣਾ ਵਾ, ਦਵਾਈ ਮੈਨੂੰ ਮਿਲਣੀ ਹੈ ਪਰ ਮੈਂ ਪੂਰਾ ਨਹੀਂ ਠੀਕ ਹੋਣਾ, ਮੈਨੂੰ ਥੋੜ੍ਹੀ ਦਰਦ ਉਹ ਬਿਮਾਰੀ ਰਹਿਣੀ ਆ। ਉਹ ਆਪਣੇ ਆਪ ਨੇ ਦਿਮਾਗ ਦੇ ਵਿੱਚ ਉਹ ਫੈਕਟਰ ਕਰ ਲੈਂਦੇ ਆ। ਸਾਡੇ ਵਿੱਚ ਇਹ ਹੋ ਜਾਂਦਾ ਕਿ ਨਹੀਂ ਜੀ ਮੈਂ ਠੀਕ ਹੋਣਾ, ਉਹਦੇ ਕੋਲ ਵੀ ਦਵਾਈ ਲੈ ਲਈ, ਉਹ ਹਕੀਮ ਕੋਲ ਵੀ ਚਲ ਗਈ, ਉੱਥੋਂ ਮਾਲਿਸ਼ ਕਰਾ ਲਈ, ਉਹ ਨਾ ਕੀ ਹੈ ਬੰਦੇ ਨੂੰ ਪੁੱਛ ਲਿਆ ਕਿ ਨਾ ਕੀ ਮੇਰੇ 'ਤੇ ਕਿਸ ਨੇ ਕੁਛ ਕੀਤਾ ਨਹੀਂ ਹੋਇਆ। ਸੋ ਕਈ ਚੀਜ਼ਾਂ ਆਪਾਂ ਨਾ ਕਿ ਡੂੰਘਾਈ ਦੇ ਵਿੱਚ ਵਹਿਮਾਂ 'ਚ ਪੈ ਜਾਂਦੇ ਹਾਂ। ਆਪਾਂ ਇਹ ਨਹੀਂ ਸੋਚਦੇ ਕਿ ਆਪਾਂ ਨਾ ਕਿ ਜਿਹੜਾ ਆਪਣਾ ਬਰੀਫ ਇਲਾਜ ਹੋ ਸਕਦਾ ਉਹ ਤਾਂ ਕਰਾ ਕੇ ਪੇਨ ਮੈਨੇਜਮੈਂਟ ਨੂੰ ਜਾਈਏ, ਆਪਾਂ ਡਿਲੇ ਕਰ ਦਿੰਦੇ ਪ੍ਰੋਸੈਸ। ਸੋ ਇਸ ਕਰਕੇ ਵੀ ਹੋ ਜਾਂਦਾ ਵੀ ਲੇਟ ਸਟੇਜ ਪਤਾ ਲੱਗਦਾ ਹੈਗਾ। ਸੋ ਓਸਟੀਓਆਰਥਰਾਈਟਿਸ ਜਿਹੜਾ ਹੈਗਾ ਡਾਕਟਰ ਸਾਹਿਬ ਵੀ ਇਹ ਦੇਖਣ ਦੇ ਵਿੱਚ ਆਇਆ ਕਿ 40 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਹੈ, ਤੇ ਕੀ ਕਾਰਨ ਨੇ ਵੀ ਇਹ 40 ਸਾਲ ਤੋਂ ਬਾਅਦ ਹੁੰਦਾ ਹੈ? ਮੇਨਲੀ ਕਹਿੰਦੇ ਵੀ ਇਹ ਹੈਂਡ, ਸਪਾਈਨ ਤੇ ਨੀ ਐਂਡ ਹਿਪਸ ਦੇ ਵਿੱਚ ਇਹਨਾਂ ਦਾ ਜ਼ਿਆਦਾ ਅਫੈਕਟ ਹੁੰਦਾ ਹੈ। ਦੇਖੋ ਇੱਕ ਗੱਲ ਇਹ ਹੈਗੀ ਹੈ, ਇਹਦਾ ਨਾ ਕੀ ਆ ਜਵਾਬ ਇਹ ਹੈਗਾ ਵਾ ਕਿ ਆਰਥਰਾਈਟਿਸ ਆਰਥਰਾਈਟਿਸ ਕਿਸੇ ਨੂੰ ਵੀ ਹੋ ਸਕਦਾ। ਇਹ ਨਹੀਂ ਹੈਗਾ ਕਿ ਕਿਸੇ ਬਜ਼ੁਰਗ ਨੂੰ ਹੀ ਹੋਣਾ, ਕਈ ਬੱਚੇ ਵੀ ਹੈਗੇ ਆ, ਪਰ ਜਿਹੜੀ ਐਵਰੇਜ ਆ ਉਹ ਹੁੰਦਾ ਇਹ ਉਮਰ ਤੋਂ ਬਾਅਦ। ਕਿਉਂਕਿ ਜਿਹੜੀ ਨਾ ਕੀ ਆ ਇਹ ਗੱਡੀ ਆ, ਇਹ ਸਰੀਰ ਇੱਕ ਗੱਡੀ ਆ, ਇਹ ਜਿਹੜੇ ਪਾਰਟ ਆ ਨਾ ਵੇਅਰ ਐਂਡ ਟੇਅਰ ਹੋ ਜਾਂਦੇ ਆ। ਉਹ ਵੇਅਰ ਟੇਅਰ ਤਾਂ ਹੁੰਦੇ ਆ ਕਿ ਜਿਹੜੇ ਹਿਸਾਬ ਨਾਲ ਗੱਡੀ ਚਲਾ ਰਹੇ ਆ। ਹਾਂਜੀ, ਤੁਸੀਂ ਕਾਰ ਨੋਰਮਲ ਵੀ ਦੇਖ ਲਓ, ਜੇ ਤੁਸੀਂ ਕਈ ਗੱਡੀਆਂ ਹੈਗੀਆਂ, ਹੁਣ ਮੇਰੇ ਕੋਲ ਇੱਕ ਗੱਡੀ ਹੈਗੀ ਆ, ਮੈਂ ਹੁਣ ਆਪਣੀ ਗੱਡੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਉਹ ਗੱਡੀ ਬਹੁਤ ਪਿਆਰੀ ਹੈ, ਉਹ ਕਾਫੀ ਪੁਰਾਣੀ ਗੱਡੀ ਹੈਗੀ ਆ, ਬਟ ਉਹ ਜਦ ਮੈਂ ਹੁਣ ਪਿੱਛੇ ਖਰੀਦੀ ਆ ਪੁਰਾਣੀ ਗੱਡੀ ਆ, ਉਹਦੀ ਸੰਭਾਲ ਇੰਨੀ ਗੁੱਡ ਆ ਕਿ ਉਹ ਗੱਡੀ ਇੱਦਾਂ ਅੱਜ ਲੱਗਦੀ ਕਿ ਨਵੀਂ ਗੱਡੀ ਆ, ਉਹ ਚੱਲਦੀ ਵੀ ਨਵੀਆਂ ਗੱਡੀਆਂ ਵਕਨ ਆ। ਅਤੇ ਉਹਦੀ ਨਾ ਕੀ ਆ ਸੰਭਾਲ ਜਿਹੜੀ ਆ ਇੰਨੀ ਸੋਹਣੇ ਤਰੀਕੇ ਨਾਲ ਕੀਤੀ ਹੈ ਕਿ ਬੰਦਾ ਕਹਿੰਦਾ ਯਾਰ ਗੱਡੀ 'ਚ ਲੈਣੀ ਇੱਦਾਂ ਦੀ ਗੱਡੀ ਲੈਣੀ ਆ। ਸੋ ਸੰਭਾਲਦੀ ਸਰੀਰ ਨੂੰ ਸੰਭਾਲਣਾ ਆਪਾਂ ਕਿੱਦਾਂ ਵਾ, ਇਹ ਜਿਹੜੀ ਗੱਡੀ ਆ ਇਹ ਸਰੀਰ ਨੂੰ ਮੈਂ ਗੱਡੀ ਕਹਿ ਦਿੰਦਾ। ਚਲੋ ਫੋਰ ਐਗਜ਼ਾਮਪਲ ਇਹ ਗੱਡੀ ਨੂੰ ਜੇ ਆਪਾਂ ਤਰੀਕੇ ਨਾਲ ਚਲਾਉਂਗੇ, ਇਹ ਨਾ ਇਹਦੀ ਐਵਰੇਜ ਵੀ ਜ਼ਿਆਦਾ ਦਊਗੀ, ਇਹ ਲੌਂਗ ਟਰਮ ਵੀ ਠੀਕ ਰਹੂਗੀ, ਇਹਦੀ ਐਮਓਟੀ ਵੀ ਪਾਸ ਹੁੰਦੀ ਰਹੂਗੀ, ਇਹਦੀ ਸਰਵਿਸ ਵੀ ਨਾ ਕੀਤੀ। ਸੋ ਪ੍ਰੋਬਲਮ ਹੈਗਾ ਹੁਣ ਪ੍ਰੋਬਲਮ ਹੈ ਕਿ ਜੇ ਆਪਾਂ ਗੱਡੀ ਰਫ ਚਲਾਉਂਗੇ, ਆਪਾਂ ਸਕਿੱਡਾ ਕਰੋਗੇ, ਟਾਇਰ ਵੀ ਪੈਂਚਰ ਹੋਣੇ ਆ, ਬ੍ਰੇਕਾਂ ਵੀ ਜਾਣੀਆਂ ਵਾ, ਉਹ ਤੇਲ ਵੀ ਖਰਾਬ ਹੋਣਾ ਵਾ। ਇੱਦਾਂ ਹੀ ਸਰੀਰ ਆ, ਸਰੀਰ ਦਾ ਨਾ ਕੀ ਆ ਇਹ ਗੱਲ ਆ ਕਿ ਇਹ ਸਰੀਰ ਨੂੰ ਆਪਾਂ ਕਿਹੜੇ ਹਿਸਾਬ ਨਾਲ ਖਿਆਲ ਰੱਖਣਾ ਉਹ ਸਾਡੇ 'ਤੇ ਆ। ਦੈਟ ਇਜ਼ ਵਨ। ਦੂਸਰਾ ਇਹ ਹੈਗਾ ਵਾ ਕਿ ਜਿੱਦਾਂ ਐਨੀ ਅਦਰ ਬਿਮਾਰੀ ਆ ਕਿਸੇ ਨੂੰ ਵੀ ਹੋ ਸਕਦੀ ਆ, ਪਰ ਉਹਨੂੰ ਮੈਨੇਜ ਕਿੱਦਾਂ ਕਰਨਾ ਜਿੱਦਾਂ ਆਪਾਂ ਪਹਿਲਾਂ ਕਿਹਾ ਉਹ ਸਾਡੇ 'ਤੇ ਆ। ਆਪਾਂ ਮੈਨੇਜ ਨਹੀਂ ਕਰਦੇ।
ਜਿਹੜੇ ਬਾਕੀ ਕਮਿਊਨਿਟੀ ਆ ਖਾਸ ਕਰਕੇ ਅੰਗਰੇਜ਼ ਜੋ ਹੈਗੇ ਉਹ ਮੈਨੇਜ ਕਰ ਲੈਂਦੇ ਆ। ਆਪਾਂ ਆਪਣੇ ਵਹਿਮਾਂ 'ਚ ਹੀ ਬੈਠੇ ਰਹਿੰਦੇ ਆ ਕਈ ਸਾਲ ਕਿ ਯਾਰ ਮੈਨੂੰ ਕਿਸੇ ਨੇ ਕੁਝ ਕਰਤਾ ਜਾਂ ਮੈਨੂੰ ਆਹ ਹੋ ਗਿਆ ਜਾਂ ਮੈਂ ਉਹ ਕੋਲੋਂ ਨਾ ਕੀ ਮਿਲਾ ਲਵਾਂ। ਅਸੀਂ ਉਹ ਚੱਕਰਾਂ 'ਚ ਬਹੁਤ ਜ਼ਿਆਦਾ ਰਹਿ ਲੈਂਦੇ। ਮੈਂ ਨਹੀਂ ਕਹਿੰਦਾ ਉਹ ਗੱਲ ਗਲਤ ਆ, ਬਟ ਉਹ ਨਾ ਕੀ ਪ੍ਰੋਸੈਸ ਜਿਹੜਾ ਡਿਲੇ ਕਰ ਦਿੰਦਾ। ਇੱਕਦਮ ਤੁਹਾਡੀ ਸਹੀ ਗੱਲ ਹੈ, ਕਿਉਂਕਿ ਜਿਹੜਾ ਰਿਸਰਚ ਹੈਗਾ NRAC ਵਾਲਿਆਂ ਦਾ ਜਿਹੜਾ ਰਿਸਰਚ ਨੈਸ਼ਨਲ ਰਿਮੋਥਾਇਡ ਐਥਰਾਈਟਿਸ ਸੁਸਾਇਟੀ ਜਿਨ੍ਹਾਂ ਨੇ ਰਿਸਰਚ ਕੀਤਾ, ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਹਰਬਲ ਮੈਡੀਸਨ ਦੇ ਤੌਰ ਤੇ ਆਪਾਂ ਲੈਂਦੇ ਹਾਂ ਉਹ ਫਾਇਦੇਮੰਦ ਨਹੀਂ ਹੈ। ਐਜ਼ ਅ ਡਾਈਟ ਚੇਂਜ ਕਰਕੇ ਤੁਸੀਂ ਆਪਣੀ ਇੰਪਰੂਵਮੈਂਟ ਕਰ ਸਕਦੇ। ਪਰ ਕਈ ਲੋਕ ਕੀ ਸੋਚਦੇ ਆ ਵੀ ਸਾਨੂੰ ਐਥਰਾਈਟਿਸ ਹੋ ਗਿਆ, ਰਿਮੋਥਾਇਡ ਐਥਰਾਈਟਿਸ ਜਾਂ ਔਸਟਰੋ ਦੋਵਾਂ 'ਚੋਂ ਕੋਈ ਵੀ ਹੈ ਕਿ ਅਸੀਂ ਹਰਬਲ ਮੈਡੀਸਨ ਲਾਂਗੇ ਤੇ ਠੀਕ ਹੋ ਜਾਵਾਂਗੇ। ਇਹ ਇੰਪੋਸੀਬਲ ਹੈਗਾ। ਯੂ ਕੈਨ ਚੇਂਜ ਯੋਰ ਡਾਈਟ, ਉਹਦੇ ਵਿੱਚ ਤੁਸੀਂ ਕੁਝ ਬਦਲਾਵ ਲਿਆ ਸਕਦੇ ਹੋ, ਲੇਕਿਨ ਉਹਦੇ ਨਾਲ ਅਗਰ ਤੁਸੀਂ ਪਰਮਾਨੈਂਟ ਸੋਲੂਸ਼ਨ ਚਾਹੁੰਦੇ ਹੋ ਤੇ ਉਹ ਨਹੀਂ ਹੋਏਗਾ। ਦੇयर इज़ नो क्योर फॉर दैट। ਉਹਦੇ ਲਈ ਤੁਹਾਨੂੰ ਮੈਡੀਸਨ ਜਿਹੜੀ ਹੈ ਰეკਮੈਂਡਡ ਬਾਏ ਤੁਹਾਡੇ GP ਜਾਂ ਜਿਹੜੇ ਸਪੈਸ਼ਲਿਸਟ ਕੰਸਲਟੈਂਟ ਕਰਕੇ ਤੁਹਾਨੂੰ ਦਿੰਦੇ ਆ ਦਵਾਈ, ਉਹੀਓ ਬਿਹਤਰ ਰਹਿੰਦੀ ਹੈ। ਕਿਉਂਕਿ ਜਿਹੜਾ ਆਸਟਰੋ ਐਥਰਾਈਟਿਸ ਹੈਗਾ ਇਹਦੇ ਵਿੱਚ ਤੁਹਾਨੂੰ ਮੂਵਮੈਂਟਸ 'ਚ ਕਾਫੀ ਮੁਸ਼ਕਲ ਆਉਂਦੀ ਹੈ ਜਦੋਂ ਤੁਸੀਂ ਮੂਵਮੈਂਟਸ ਕਰਨੇ ਆ। ਹਰਬਲ ਮੈਡੀਸਨ ਇਜ਼ ਨੋਟ ਫਾਸਟ ਰਿਲੀਫ, ਉਹਦੇ ਨਾਲ ਤੁਹਾਡੀ ਫਾਸਟ ਰਿਲੀਫ ਨਹੀਂ ਹੁੰਦੀ। ਗੱਲ ਇਹ ਹੈਗੀ ਆ ਜਿਹੜਾ ਸਰੀਰ ਆ ਇਹ ਜਿਹੜੀਆਂ ਬਿਮਾਰੀਆਂ ਵਾ, ਕੋਈ ਵੀ ਬਿਮਾਰੀ ਹੈ, ਇਕੱਲਾ ਆਰਥਰਾਈਟਿਸ ਨਹੀਂ, ਆਸਟਰਾਈਟਿਸ ਦੂਜੀਆਂ ਬਿਮਾਰੀਆਂ ਹੈਗੀਆਂ, ਸਾਡੀ ਜਿਹੜੀ ਖੁਰਾਕ ਆ ਉਹ ਸਾਡਾ ਜਿਹੜਾ ਵੇਟ ਆ, ਇਹ ਦੋਨਾਂ ਚੀਜ਼ਾਂ ਦਾ ਖਿਆਲ ਰੱਖੀਆਂ ਅੱਧੀਆਂ ਬਿਮਾਰੀਆਂ ਤਾਂ ਇੱਥੇ ਖਤਮ ਹੋ ਜਾਂਦੀਆਂ। ਵੈਰੀ ਟਰੂ। ਹਾਂਜੀ, ਤੇ ਥੋੜਾ ਜਿਹਾ ਆਪਾਂ ਜਾਣਾਂਗੇ ਵੀ ਆਸਟਰੋ ਐਥਰਾਈਟਿਸ ਤੇ ਰਿਮੋਥਾਇਡ ਐਥਰਾਈਟਿਸ ਦੇ ਵਿੱਚ ਡਿਫਰੈਂਟ ਕੀ ਹੈ। ਸਾਡੇ ਕਾਫੀ ਵਿਊਅਰਸ ਨੂੰ ਇਹ ਨਹੀਂ ਪਤਾ ਵੀ ਇਹਨਾਂ 'ਚ ਡਿਫਰੈਂਟ ਕੀ ਹੈਗਾ ਦੋਵਾਂ ਦੇ ਵਿੱਚ। ਜਿਹੜਾ ਰਿਊਮੇਟੋਇਡ ਆਰਥਰਾਈਟਿਸ ਹੈਗਾ ਵਾ ਉਹ ਸ਼ੁਰੂ ਹੁੰਦਾ 40 ਤੋਂ 50 ਸਾਲ ਦੇ ਵਿੱਚ ਆਮ ਤੌਰ ਤੇ। ਹਾਂਜੀ, ਓਵਰ 40। ਔਰ ਜਿਹੜੀ ਲੇਡੀਜ਼ ਆ ਉਹ 3 ਗੁਣਾ ਜ਼ਿਆਦਾ ਲਾਈਕਲੀ ਹੈਗੇ ਆ ਇਫੈਕਟ ਹੋਣ ਦੀ ਬੰਦਿਆਂ ਨਾਲੋਂ। ਔਰ ਜਿਹੜਾ ਸਾਡੇ ਨਾਲ ਕੀ ਆ ਬਾਡੀ ਹੈਗੀ ਆ ਉਹ ਇਮਿਊਨ ਹੈਗੀ ਆ, ਅਫੈਕਟ ਕਰਦੀ ਜੋਇੰਟਸ ਨੂੰ ਜੀ, ਵਿੱਚ ਨਾ ਕੀ ਆ ਉਹਦੇ ਨਾਲ ਸਵੈਲਿੰਗ ਹੋ ਜਾਂਦੀ ਆ ਜੋੜਾਂ ਤੇ ਖਾਸ ਕਰਕੇ। ਐਂਡ ਕਈਆਂ ਦੇ ਨਾ ਕੀ ਆ ਵਿਊਜ਼ ਵੀ ਪਤਾ ਹੋਊਗਾ, ਕਈਆਂ ਦੇ ਨਾ ਕੀ ਜਿਹੜੇ ਘੁਟਨੇ ਹੈਗੇ ਨਾ ਇਹ ਸੁੱਜ ਜਾਂਦੇ ਆ, ਫੁੱਲ ਜਾਂਦੇ ਆ ਔਰ ਇੱਦਾਂ ਹੀ ਰਹਿ ਜਾਂਦੇ ਆ, ਉਹਨੂੰ ਨਾ ਕੀ ਆ ਰੂਮਟੋਇਡ ਆਰਥਰਾਈਟਿਸ ਕਹਿੰਦੇ ਆ। ਔਰ ਉਹਦੇ ਵਿੱਚ ਟੈਂਡਰਨੈਸ, ਸਟਿਫਨੈਸ, ਜਿੱਦਾਂ ਨਾ ਕਿ ਕਈ ਤੁਸੀਂ ਦੇਖੇ ਹੋਗੇ ਹੱਥ ਇੱਦਾਂ ਵਾ, ਹਾਂਜੀ, ਉਂਗਲਾਂ ਮੁੜ ਜਾਂਦੀਆਂ ਸਮ ਟਾਈਮ ਜੀ। ਔਰ ਇਨਫਲੇਮੇਸ਼ਨ ਅਰਾਊਂਡ ਦ ਜੋਇੰਟਸ, ਜੋੜ ਤੇ ਜੇ ਫੁੱਲ ਹੁੰਦੇ ਆ ਜੋੜਾਂ ਤੇ, ਜਿਹਨੂੰ ਆਪਾਂ ਇੰਗਲਿਸ਼ ਇਨਫਲੇਮੇਸ਼ਨ ਕਹਿੰਦੇ ਆ। ਔਰ ਜਿਹੜੀ ਤੁਹਾਡੀ ਮੂਵਮੈਂਟ ਆ ਉਹ ਬੜੀ ਰਿਸਟ੍ਰਿਕਟਡ ਹੁੰਦੀ ਹੈ। ਔਰ ਸਕਿਨ ਦੇ ਅੰਦਰ ਜਿਹੜਾ ਨਾ ਉਹ ਜਿਹੜੇ ਨੋਡਿਊਲਸ ਆ ਉਹ ਸਕਿਨ ਦੇ ਅੰਦਰ ਫੁੱਲਦੇ ਆ, ਸਕਿਨ ਦੇ ਥੱਲੇ ਉਹ ਜਿਹੜੀ ਫੁੱਲਣ ਆ ਨਾ ਸਕਿਨ ਤੋਂ ਥੱਲੇ ਸ਼ੁਰੂ ਹੁੰਦੀ, ਬਾਹਰ ਨੂੰ ਪੌਪ ਹੁੰਦੀ ਆ, ਦੈਟਸ ਵਾਈ ਮੁੜ ਜਾਂਦਾ ਵਾ। ਔਰ ਜਿਹੜਾ ਸਕਿਨ ਆ ਬਾਲ ਆ ਉਹ ਰੈੱਡ ਹੁੰਦਾ ਵਾ ਆਮ ਤੌਰ ਤੇ, ਡਿਪੈਂਡ ਕਰਦਾ ਆਪਣਾ ਕਲਰ ਕਿੰਨਾ ਲਾਈਟ ਆ, ਆਮ ਤੌਰ ਤੇ ਰੈੱਡ ਹੋ ਜਾਂਦੀ ਹੈ ਸਕਿਨਿੰਗ। ਔਰ ਵੀਕਨੈਸ, ਮਸਲ ਵੇਸਟਿੰਗ, ਵੀਕਨੈਸ ਜਿੱਦਾਂ ਕਮਜ਼ੋਰੀ, ਜਿਹੜੇ ਨਾ ਮਸਲ ਵੇਸਟਿੰਗ ਦਾ ਮਤਲਬ ਜਿਹੜੇ ਸਾਡੇ ਨਾਲ ਕੀ ਆ ਜ਼ੋਰ ਹੈਗਾ ਉਹ ਨਾ ਉਹ ਹੌਲੀ ਹੌਲੀ ਕੱਟੀ ਜਾਂਦਾ, ਜਿਹੜੇ ਸਾਡੇ ਮਸਲ ਹੈਗੇ ਉਹ ਵੇਸਟ ਹੋਣ ਲੱਗ ਪੈਂਦੇ, ਤਾਕਤ ਘੱਟ ਜਾਂਦੀ ਹੈ ਬੜੇ ਤਰੀਕੇ ਨਾਲ। ਜਿਹੜਾ ਨਾ ਕੀ ਆ ਰਿਊਮੇਟੋਇਡ ਆਰਥਰਾਈਟਿਸ ਆ ਉਹ ਬਾਡੀ ਦੇ ਇਮਿਊਨ ਸਿਸਟਮ ਨੂੰ ਟਾਰਗੇਟ ਬਹੁਤ ਕਰਦਾ। ਔਰ ਉਹ ਜਿਹੜਾ ਇਮਿਊਨ ਸਿਸਟਮ ਨੂੰ ਬੜਾ ਵੀਕ ਕਰ ਦਿੰਦਾ ਵਾ। ਇਹ ਵੀ ਬੜਾ ਜ਼ਰੂਰੀ ਆਪਾਂ ਨੂੰ ਸਮਝਣਾ, ਰੂਮੇਟੋਇਡ ਆਰਥਰਾਈਟਿਸ ਸਾਡੇ ਇਮਿਊਨ ਸਿਸਟਮ ਨੂੰ ਵੀਕ ਕਰਦਾ ਵਾ। ਸੋ ਇਹਦਾ ਮਤਲਬ ਹੈ ਕਿ ਪੂਰੀ ਜਿਹੜੇ ਸਾਡੇ ਆਰਗਨਸ ਨੇ ਉਹਨਾਂ ਤੇ ਉਹਦਾ ਇਫੈਕਟ, ਕਿਉਂਕਿ ਇਮਿਊਨ ਸਿਸਟਮ ਇਜ਼ ਦੇ ਨਾਲ ਹੀ ਸਾਰੇ ਆਰਗਨਸ ਚੱਲਦੇ ਨੇ ਤੇ ਉਹਦਾ ਇਫੈਕਟ ਪੂਰੀ ਬਾਡੀ ਤੇ ਹੁੰਦਾ ਸਾਡੀ। ਜਿਹੜੀ ਟ੍ਰੀਟਮੈਂਟ ਹੈਗੀ ਰੂਮੇਟੋਇਡ ਆਰਥਰਾਈਟਿਸ ਦੀ, ਜੋਇੰਟਸ ਦੀ ਲੀਫ ਪੇਨ, ਉਹ ਹੈਗੀ ਆ ਪੇਨ ਰਿਲੀਫ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵਾ ਤੁਹਾਨੂੰ ਪੇਨ ਰਿਲੀਫ ਕਰਾਉਣੀ ਬੜੀ ਜ਼ਰੂਰੀ ਹੈਗੀ ਆ। ਔਰ ਇਹਦੇ ਸਿੰਪਟਮਸ, ਮੈਨੂੰ ਕਿਸ ਨੇ ਪੁੱਛਿਆ ਸੀਗਾ ਇਹਦੇ ਸਿੰਪਟਮਸ ਕੀ ਆ, ਇਹਦੇ ਸਿੰਪਟਮਸ ਹੈ ਥਕਾਵਟ, ਹਾਂਜੀ, ਤਾਕਤ ਨਹੀਂ ਆਉਣੀ, ਕਮਜ਼ੋਰੀ, ਬੁਖਾਰ, ਹਾਈ ਟੈਂਪਰੇਚਰ, ਪਸੀਨਾ ਆਉਣਾ, ਭੁੱਖ ਨਹੀਂ ਲੱਗਣੀ ਔਰ ਭਾਰ ਘਟਣਾ, ਉਹ ਅੱਖਾਂ ਵੀ ਡਰਾਈ ਹੋਣੀਆਂ। ਕਈ ਵਾਰੀ ਆਪਾਂ ਅੱਖਾਂ ਨਾ ਕਿ ਸਾਡੀਆਂ ਇੱਦਾਂ ਲੱਗਦੀਆਂ ਹੁੰਦੀਆਂ ਕਿ ਇਹ ਸੁੱਕੀਆਂ ਡਰਾਈ ਆਈਜ਼ ਜਿਹੜੀਆਂ, ਇਹ ਆਈਜ਼ ਨੂੰ ਬੜਾ ਇਫੈਕਟ ਪੈਂਦਾ ਇਹਦੇ ਵਿੱਚ। ਔਰ ਚੈਸਟ ਦੇ ਵਿੱਚ ਵੀ ਕਈ ਵਾਰੀ ਦਰਦ ਹੋਣ ਲੱਗ ਪੈਂਦੀ ਆ। ਸਾਡੇ ਜਿਹੜਾ ਹਾਰਟ ਲੰਗ ਉਹਨੂੰ ਵੀ ਇਫੈਕਟ ਹੋ ਸਕਦਾ, ਇੰਨਾ ਇਫੈਕਟ ਨਹੀਂ ਬਟ ਇਟ ਇਜ਼ ਅਫੈਕਟਡ ਇਹਦੇ ਵਿੱਚ ਕਿ ਉਹਨੂੰ ਇਫੈਕਟ ਹੋ ਸਕਦਾ। ਸੋ ਇਹਦੇ ਵਿੱਚ ਮੇਨਲੀ ਦੁਬਾਰਾ ਇਹ ਆਸਟੋਆਰਥਰਾਈਟਿਸ ਵਾਕਨ ਹੋ ਜਾਂਦਾ ਵਾ ਕਿ ਅਗੇਨ ਸਾਨੂੰ ਨਾ ਕਿ ਜਿਹੜੀ ਪੇਨ ਰਿਲੀਫ ਮੈਨੇਜਮੈਂਟ ਹੈਗੀਆਂ ਕਲੀਨਿਕਸ, ਉੱਥੇ ਆਪਾਂ ਨੂੰ ਰਿਫਰਲ ਹੋਣੀ ਚਾਹੀਦੀ ਆ। ਆਪਣੇ ਜੇ GPs ਆ
ਆਪਾਂ ਆਮ ਤੌਰ ਤੇ ਕੀ ਕਰਦੇ ਆ, ਆਪਾਂ ਕਹਿੰਦੇ ਆ ਵੀ ਇਹ ਮੈਨੂੰ ਦਵਾਈ ਦੇ ਦਿਓ। ਆਪਾਂ ਖਾਸ ਕਰ ਸਾਡੀ ਕਮਿਊਨਿਟੀ 'ਚ ਇਹ ਸਾਨੂੰ ਇਹ ਹੁੰਦਾ ਕਿ ਜਦ ਦਵਾਈ ਮੂੰਹ 'ਚ ਪਾ ਲਈ ਜਾਂ ਟੀਕਾ ਲਾ ਲਿਆ, ਜੋ ਇੰਡੀਆ ਵਾਕਨ ਆਪਣਾ ਦਿਮਾਗ ਹੈਗਾ ਕਿ ਜਦ ਤੱਕ ਟੀਕਾ ਨਹੀਂ ਲੱਗਾ ਮੈਂ ਠੀਕ ਨਹੀਂ ਹੋਣਾ, ਠੀਕ ਨਹੀਂ ਹੋਇਆ। ਇੱਥੇ ਆ ਵਾ ਕਿ ਜਦ ਤੱਕ ਗੋਲੀ ਮੂੰਹ 'ਚ ਅੰਦਰ ਗਈ ਨਹੀਂ ਤਾਂ ਮੈਂ ਸੈੱਟ ਨਹੀਂ ਹੋਇਆ। ਸੋ ਜੁੜੀ ਇਹ ਹੈਗਾ, ਇਕੱਲਾ ਐਂ ਨਾ ਸੋਚੋ ਕਿਉਂਕਿ ਗੋਲੀਆਂ ਨਾਲ ਵੀ ਆਪਣੇ ਜੇ ਸਰੀਰ ਆ ਖੁਸ਼ਕੀ ਆਉਂਦੀ ਹੈ ਅੰਦਰ, ਨਾ ਕਿ ਗਰਮੀ ਵੀ ਆ ਸਕਦੀ ਹੈ। ਇਹ ਨਹੀਂ ਕਿ ਆਪਾਂ ਦਵਾਈਆਂ ਖਾਈ ਜਾਣੀਆਂ, ਦਵਾਈਆਂ ਹੋਰ ਵੀ ਨਾ ਕੀ ਇਹ ਤਰੀਕੇ ਹੈਗੇ ਆ। ਪਰ ਮੇਨ ਮੇਰਾ ਇਹੀ ਹੈਗਾ ਦੋਨੇ ਆਸਟਰੋਆਰਥਰਾਈਟਿਸ ਲਈ, ਰੂਮੇਟੋਇਡ ਆਰਥਰਾਈਟਿਸ ਲਈ ਵੀ, ਕਿ ਜਿਹੜੀ ਪੇਨ ਰਿਲੀਫ ਆ, ਪੇਨ ਮੈਨੇਜਮੈਂਟ ਕਲੀਨਿਕ ਆ, ਉਹਨਾਂ 'ਤੇ ਰੈਫਰਲ ਲੈਣੀ ਬੜੇ ਜ਼ਰੂਰੀ ਹੈ। ਸੋ ਤੁਸੀਂ ਡਾਕਟਰ ਸਾਹਿਬ ਕੀ ਕਹੋਗੇ ਜਿਹੜਾ ਐਥਰਾਈਟਿਸ ਬੱਚਿਆਂ ਨੂੰ ਹੁੰਦਾ, ਪੇਰੈਂਟਸ ਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਅਸੀਂ ਸੋਚਦੇ ਹਾਂ ਵੀ ਇਹ ਜਿਹੜੀ ਬਿਮਾਰੀ ਹੈਗੀ ਹੈ ਇਹ ਤੁਸੀਂ ਜਦੋਂ ਵੱਡੇ ਹੁੰਦੇ ਹੋ ਤਾਂ ਹੀ ਹੁੰਦੀ ਹੈ, ਬੱਚਿਆਂ ਵੱਲ ਅਸੀਂ ਇੱਕਦਮ ਇਗਨੋਰ ਕਰ ਦਿੰਦੇ ਹਾਂ ਵੀ ਬੱਚੇ ਕਹਿੰਦੇ ਸਾਡੇ ਜੁਆਇੰਟਸ 'ਚ ਦਰਦ ਹੋ ਰਹੀ ਹੈ, ਕਿਉਂਕਿ ਸਾਨੂੰ ਆਪ ਨਹੀਂ ਪਤਾ ਹੁੰਦਾ, ਇੰਨੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇਹਦਾ। ਮੇਰੇ ਕੋਲ ਐਗਜ਼ਾਮਪਲ ਹੈਗਾ ਇੱਕ ਬੱਚੇ ਦਾ, ਮੈਂ ਨਾਂ ਨਹੀਂ ਲਊਂਗਾ ਬੱਚੇ ਦਾ ਓਬਵੀਅਸਲੀ। ਉਹ ਬੱਚਾ ਦੇਖਦਾ ਵੀ ਪਿਆ ਅੱਜ ਇਹ ਸ਼ੋ। ਉਹ ਬੱਚਾ ਕਿਕ ਬਾਕਸਿੰਗ ਕਰਦਾ ਹੁੰਦਾ ਸੀ ਐਂਡ ਉਹਨੇ ਕਹਿਣਾ ਯਾਰ ਮੇਰੇ ਦਰਦ ਹੁੰਦੀ ਹੈ, ਐਂਡ ਉਹਦੇ ਪਿਓ ਨੇ ਕਹਿਣਾ ਨਹੀਂ ਯਾਰ ਤੇ ਉੱਦਾਂ ਹੀ ਕਰਦਾ ਕਿ ਅੱਜ ਜਾਣਾ ਨਹੀਂ ਇਹਨੇ ਕਲਾਸ ਨੂੰ। ਉਹਨੇ ਕਹਿਣਾ ਦਰਦ ਹੁੰਦੀ ਆ, ਚਲੋ ਉਹ ਜਾਂਦਾ ਰਿਹਾ। ਉਹ ਸਾਲ ਲੰਘ ਗਿਆ ਉਹਦਾ ਮੁੰਡੇ ਦਾ, ਐਂਡ ਉਹ ਮੁੰਡਾ ਥੋੜ੍ਹਾ ਪੈਰ ਥੋੜ੍ਹੇ ਕੁ ਨਾ ਕਿ ਅੰਦਰ ਨੂੰ ਕਰਕੇ ਤੁਰਦਾ ਸੀ, ਐਂਡ ਉਹ ਕਿਤੇ ਗਏ ਹੋ ਗਏ ਔਰ ਮੇਰੇ ਵਰਗੇ ਨੇ ਕਿਤੇ ਕਹਿ ਦਿੱਤਾ ਕਿ ਯਾਰ ਕਾਕਾ ਤੇਰਾ ਮੁੰਡੇ ਦਾ ਪੈਰ ਥੋੜ੍ਹਾ ਡਿਫਰੈਂਟ ਤਰੀਕੇ ਨਾਲ ਤੁਰਦਾ ਪਿਆ। ਐਂਡ ਉਹ ਲੜਕੇ ਦੇ ਫਾਦਰ ਨੇ ਸੋਚਿਆ ਯਾਰ ਕਈ ਵਾਰੀ ਤਾਂ ਤੁਹਾਨੂੰ ਆਪਣਾ ਬੱਚਾ ਆਪਣੀ ਫੈਮਿਲੀ ਦਾ ਨਹੀਂ ਕੁਝ ਦਿਖਦਾ, ਜੇ ਕੋਈ ਬਾਹਰੋਂ ਕਵੇ ਫਿਰ ਤੁਸੀਂ ਬੰਦਾ ਧਿਆਨ ਦੇ ਦਿੰਦਾ। ਹਾਂਜੀ, ਉਹਨੇ ਧਿਆਨ ਦਿੱਤਾ। ਉਹ ਜਿਹੜੇ ਬੰਦੇ ਨੇ ਕਿਹਾ ਸੀ ਉਹ ਕੰਸਲਟੈਂਟ ਸੀਗਾ, ਐਂਡ ਉਹ ਕਹਿੰਦਾ ਯਾਰ ਇਹਨੂੰ ਲੈ ਆਈ ਜਰਾ, ਮੈਂ ਫਿਰ ਐਕਸਰੇ ਕਰ ਲਈਏ। ਉਹ ਕਹਿੰਦਾ ਠੀਕ। ਉਹ ਐਕਸਰੇ 'ਤੇ ਗਏ, ਐਕਸਰੇ 'ਤੇ ਪਤਾ ਲੱਗ ਗਿਆ ਕਿ ਉਹ ਹੱਡੀਆਂ ਟੁੱਚ ਹੋ ਰਹੀਆਂ ਸੀਗੀਆਂ, ਐਂਡ ਆਰਥਰਾਈਟਿਸ ਦੀ ਸਟੇਜ ਆ ਰਹੀ ਸੀ, ਆਈ ਨਹੀਂ ਸੀਗੀ, ਆਰਥਰਾਈਟਿਸ ਹੋਈ ਨਹੀਂ ਸੀਗੀ, ਕਿਉਂਕਿ ਜਿਹੜੀ ਹੱਡੀ ਸੀਗੀ ਨਾ ਉਹ ਟੁੱਚ ਹੋ ਰਹੀ ਸੀ। ਉਹ ਜਦ ਵੀ ਤੁਰਦਾ ਸੀ ਜਾਂ ਭੱਜਦਾ ਸੀ ਜਾਂ ਕਿਕ ਬਾਕਸਿੰਗ ਕਰਦਾ ਸੀ, ਉਹ ਹੱਡੀ ਇੱਦਾਂ ਰਗੜਦੀ ਸੀ, ਉਹ ਦਰਦ ਹੁੰਦੀ ਸੀ। ਉਹਦੇ ਵਿੱਚ ਆਇਡੈਂਟੀਫਾਈ ਹੋਇਆ ਕਿ ਉਹ ਜਿਹੜੀ ਨਾ ਕਿ ਉਹਦੀ ਦੋਨੇ ਲੱਤੇ ਗਿੱਟਿਆਂ ਦੀ ਜਿਹੜੀ ਹੱਡੀ ਸੀਗੀ ਨਾ, ਉਹ ਨਾ ਕੀ ਤੋੜ ਕੇ ਸਿੱਧੀ ਕਰਕੇ ਪਲੇਟ ਪਾ ਕੇ ਸਾਲ ਬਾਅਦ ਫਿਰ ਪਲੇਟ ਕੱਢ ਕੇ ਫਿਰ ਉਹਨਾਂ ਸੈੱਟ ਹੋਣਾ। ਆਇਡੈਂਟੀਫਾਈ ਹੋ ਗਿਆ। ਨਾ ਉਹ ਲੱਕੀ ਸੀਗਾ ਮੁੰਡਾ ਜਿਹੜਾ ਆਇਡੈਂਟੀਫਾਈ ਹੋ ਗਿਆ ਸਹੀ ਟਾਈਮ ਤੇ, ਕਿਉਂਕਿ ਕਿਸੇ ਡਾਕਟਰ ਨੇ ਦੇਖ ਲਿਆ, ਉਹ ਵੀ ਕਿਸੇ ਪਾਰਟੀ 'ਚ ਦੇਖਿਆ। ਔਰ ਉਹ ਦੇਖ ਲਓ ਮੁੰਡੇ ਨੇ, ਉਹ ਮੁੰਡੇ ਦੀ ਇੱਕ ਲੱਤ ਹੋਈ, ਉਹ ਹੱਡੀ ਤੋੜ ਕੇ ਪਲੇਟ ਪਾ ਕੇ ਉਹਨੂੰ ਸਟ੍ਰੇਟ ਕੀਤਾ, ਪੈਰ ਪਲੇਟ ਪਈ ਰੱਖੀ। ਹਾਂਜੀ, ਫਿਰ ਨਾ ਕੀ ਆ ਜਦ ਦੂਜਾ ਆਪਰੇਸ਼ਨ ਹੋਣਾ ਸੀਗਾ, ਉਹਦੇ 2 ਆਪਰੇਸ਼ਨ ਹੋਏ ਉਸੇ ਦਿਨ। ਜਿਹੜੀ ਪਹਿਲੀ ਪਲੇਟ ਪਾਈ ਸੀ ਇੱਕ ਲੱਤ ਵਿੱਚ, ਉਹ ਪਲੇਟ ਕੱਢੀ, ਦੂਜੀ ਲੱਤ ਦੀ ਹੱਡੀ ਤੋੜ ਕੇ ਪਲੇਟ ਪਾਤੀ। ਉਹ ਹੁਣ ਪਲੇਟ ਨਿਕਲਣੀ ਆ, ਆਪਾਂ ਸਮਰ ਦੇ ਵਿੱਚ ਮੇਰਾ ਖਿਆਲ ਹੋ ਗਿਆ ਸੀ ਉਹਦੀ ਕੱਢਣੀ ਆ। ਬਟ ਉਹਦਾ ਇੱਕ ਪੈਰ ਸੈੱਟ ਹੋ ਗਿਆ, ਦੂਜਾ ਨਾ ਕੀ ਆ ਸੈੱਟ ਆ ਹੁਣ, ਬਟ ਉਹ ਪਲੇਟ ਕਰਨੀ ਫਿਰ ਤੋਂ। ਉਹ ਲੱਕੀ ਸੀਗਾ ਕਿਉਂਕਿ ਉਹ ਕਿਸੇ ਨੇ ਕਹਿ ਦਿੱਤਾ, ਉਹਨੂੰ ਕਿਸੇ ਡਾਕਟਰ ਨੇ ਦੇਖ ਲਿਆ ਪਾਰਟੀ ਵਿੱਚ, ਫੰਕਸ਼ਨ ਦੇ ਵਿੱਚ, ਐਂਡ ਉਹਦੇ ਨਾ ਕੀ ਆ ਉਹਦੇ ਫਾਦਰ ਨੂੰ ਕਹਿ ਦਿੱਤਾ ਵੀ ਤੈਨੂੰ ਦਿਖਦਾ ਨਹੀਂ ਇਹ ਕੀ ਹੋ ਰਿਹਾ। ਉਹ ਕਹਿੰਦਾ ਇਹ ਤਾਂ ਬਹੁਤ ਚਿਰ ਦਾ ਕਹਿ ਰਿਹਾ, ਮੈਂ ਧਿਆਨ ਦਿੱਤਾ, ਮੈਂ ਸੋਚਿਆ ਉੱਦਾਂ ਹੀ ਕਹਿ ਰਿਹਾ। ਸੋ ਆਪਾਂ ਜਦ ਸਾਡੇ ਬੱਚੇ ਵੀ ਕਹਿੰਦੇ ਆ ਨਾ ਕਿ ਸਾਨੂੰ ਕੋਈ ਪ੍ਰੋਬਲਮ ਆ, ਆਪਾਂ ਪਲੀਜ਼ ਥੋੜ੍ਹਾ ਧਿਆਨ ਦੇ ਦਿਆ ਕਰੀਏ, ਦੇਖ ਲਿਆ ਕਰੀਏ ਕਿ ਬੱਚਾ ਕੀ ਕਹਿ ਰਿਹਾ, ਕਿਉਂ ਕਹਿ ਰਿਹਾ। ਮੈਂ ਨਹੀਂ ਕਹਿੰਦਾ ਬੱਚੇ ਹਮੇਸ਼ਾ ਹੀ ਸਹੀ ਕਹਿੰਦੇ, ਕਈ ਵਾਰੀ ਬੱਚੇ ਕਹਿੰਦੇ ਆ ਕਿ ਨਹੀਂ ਜਾਣਾ ਅੱਗੇ। ਹਾਂਜੀ, ਕਈ ਵਾਰੀ ਜ਼ਿਆਦਾ ਤਾਂ ਆਪਾਂ ਸੋਚਦੇ ਆ ਵੀ ਸ਼ਾਇਦ ਉੱਦਾਂ ਹੀ ਬਹਾਨਾ ਲਾ ਰਹੇ ਆ। ਸੋ ਉਹ ਮੁੰਡੇ ਦੀ ਲਾਈਫ, ਹੁਣ ਉਹ ਮੁੰਡਾ ਹੈਗਾ 17 ਸਾਲ ਦਾ, ਹੁਣ ਜੇ ਨਾ ਕੀ ਆ ਨਾ ਪਤਾ ਲੱਗਦਾ ਉਹਨੂੰ ਨਾ ਕੀ ਰਗੜਦੇ ਉਹਨੂੰ ਆਰਥਰਾਈਟਿਸ ਹੋਈ ਨਹੀਂ ਸੀਗੀ ਯੰਗ ਏਜ ਦੇ ਵਿੱਚ। ਦੈਟਸ ਸੋ ਟਰੂ। ਐਂਡ ਡਾਕਟਰ ਸਾਹਿਬ ਦੇਖਣ ਦੇ ਵਿੱਚ ਆਇਆ ਜਿਹੜੇ ਯੰਗਰ ਜਨਰੇਸ਼ਨ ਜਾਂ ਜਦੋਂ ਆਪਾਂ ਚਿਲਡਰਨਸ ਦੀ ਗੱਲ ਕਰਦੇ ਹਾਂ, ਅੰਡਰ 18 ਜਾਂ 16 ਤੋਂ ਅੰਡਰ ਜਿਹੜੇ ਬੱਚੇ ਨੇ, ਉਹਨਾਂ ਦਾ ਮਾਪਿਆਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਬਜ਼ਰਵ ਕਰਨਾ ਚਾਹੀਦਾ ਵੀ ਉਹਨਾਂ ਨੂੰ ਪਤਾ ਲੱਗ ਜਾਏ ਵੀ ਬੱਚੇ ਨੂੰ ਐਥਰਾਈਟਿਸ ਤੇ ਨਹੀਂ ਹੈ। ਜਿੱਦਾਂ ਤੁਸੀਂ ਦੱਸਿਆ ਵੀ ਅਸੀਂ ਕਈ ਵਾਰੀ ਸੋਚਦੇ ਵੀ ਇੱਦਾਂ ਜਾਣ ਕੇ ਕਰ ਰਿਹਾ, ਜਾਂ ਕੋਈ ਗੇਮ ਨਹੀਂ ਪਲੇ ਕਰਨਾ ਚਾਹੁੰਦਾ, ਜਾਂ ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਵੀ ਪਖੰਡ ਕਰ ਰਿਹਾ ਹੈਗਾ, ਹੀ ਇਜ਼ ਜਸਟ ਲੇਜ਼ੀ, ਡਜ਼ਨਟ ਵਾਂਟ ਟੂ ਡੂ ਐਨੀਥਿੰਗ। ਬਟ ਜੁਆਇੰਟ ਜਿਹੜੀ ਪ੍ਰੋਬਲਮ ਹੈ
ਕਹਿੰਦੇ ਬੱਚਿਆਂ ਦੇ ਵਿੱਚ ਛੇਤੀ ਆ ਜਾਂਦੀ ਤੇ ਚਲੀ ਵੀ ਜਾਂਦੀ ਹੈ, ਦੈਟਸ ਲਾਈਕ ਇਟਸ ਗੋ ਈਜ਼ੀਲੀ। ਸੋ ਉਹਦੇ ਬਾਰੇ ਥੋੜਾ ਜਿਹਾ ਤੁਸੀਂ ਸਾਨੂੰ ਦੱਸੋ। ਦੋ ਚੀਜ਼ਾਂ ਆਉਂਦੀਆਂ, ਹਰ ਮਾਪਾ ਆਪਣੇ ਬੱਚੇ ਨੂੰ ਜਾਣਦਾ। ਹਾਂਜੀ, ਤੁਸੀਂ ਆਪਣੇ ਬੱਚੇ ਨੂੰ ਜਾਣਦੇ, ਮੈਂ ਆਪਣੇ, ਹਰ ਬੰਦਾ ਆਪਣੇ ਬੱਚੇ ਨੂੰ ਜਾਣਦਾ ਵਾ ਟੂ ਅ ਡਿਗਰੀ, ਕਿ ਕਿਸੇ ਹੱਦ ਤੱਕ ਤੁਸੀਂ ਆਪਣੇ ਬੱਚੇ ਦੀ ਇੱਕ ਇੱਕ ਨਵਜ ਪਛਾਣ ਲੈਂਦੇ ਆ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਜੇ ਨਹੀਂ ਅੱਜ ਫੁੱਟਬਾਲ ਖੇਡਣ ਜਾ ਰਿਹਾ, ਕਿ ਅੱਜ ਉਹ ਫੁੱਟਬਾਲ ਦਾ ਦਿਨ ਨਹੀਂ ਹੈਗਾ, ਮੇਰਾ ਬੱਚਾ ਨਾ ਕਿ ਕੁਛ ਹੋਰ ਬਹਾਨਾ ਨਹੀਂ ਲਾ ਰਿਹਾ, ਬਟ ਉਹਨੂੰ ਫਿਰ ਵੀ ਇਹ ਪ੍ਰੋਬਲਮ ਆ ਰਹੀ ਹੈ, ਫਿਰ ਤੁਹਾਨੂੰ ਥੋੜ੍ਹਾ ਉਹਦਾ ਇਨਵੈਸਟੀਗੇਸ਼ਨ ਕਰਵਾਉਣੀ ਚਾਹੀਦੀ ਹੈ। ਜੇ ਤੁਹਾਡਾ ਬੱਚਾ ਕਹਿ ਰਿਹਾ ਨਹੀਂ 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 ਮਮ ਨਹੀਂ ਨਹੀਂ ਡੈਡ, ਕੋਈ ਬੱਚੇ ਕਹਿੰਦੇ ਆ ਕਿ ਨਾ, ਕਿ ਬੱਚੇ ਕਹਿੰਦੇ ਯਾਰ ਐਵੇਂ ਮਮ ਡੈਡ ਹੈਡੇਕ ਦੇ ਰਹੀ, ਉਹਦੀ ਤੁਸੀਂ ਜਾਂਚ ਕਰਾ ਲਓ, ਇਨਵੈਸਟੀਗੇਸ਼ਨ ਕਰਾ ਲਓ, ਕਿਉਂਕਿ ਬੈਸਟ ਹੁੰਦਾ ਵਾ ਪਤਾ ਕੀਤਾ ਆ ਕਿ ਬਾਅਦ 'ਚ ਨਾ, ਕਿਉਂਕਿ ਜਿਹੜਾ ਡਿਲੇ ਪ੍ਰੋਸੈਸ ਹੁੰਦਾ ਉਹ ਫਿਰ ਜਿੰਨਾ ਡਿਲੇ ਕਰੋਗੇ ਉਹਨਾਂ ਹੀ ਡਿਲੇ ਹੁੰਦਾ। ਠੀਕ ਹੈ, ਉਹਨੂੰ ਬੱਚੇ ਹੁੰਦੇ ਯੰਗ, ਪੋਲਾ ਸਰੀਰ ਹੁੰਦਾ, ਪੋਲੀਆਂ ਹੱਡੀਆਂ ਹੁੰਦੀਆਂ, ਤਾਜ਼ੀਆਂ ਹੱਡੀਆਂ ਹੁੰਦੀਆਂ, ਇਹ ਹੱਡੀਆਂ ਗਰੋ ਹੋ ਰਹੀਆਂ ਹੁੰਦੀਆਂ, ਇਸ ਪਿੱਛੇ ਇਹਨਾਂ ਨੂੰ ਜੇ ਤੁਸੀਂ ਨਾ ਕੀ ਸਟਾਰਟਿੰਗ ਤੋਂ ਕੈਪਚਰ ਕਰ ਲਿਆ, ਇਹਨਾਂ ਠੀਕ ਹੋਏ ਨਾ ਟ੍ਰੀਟਿੰਗ ਗੁੱਡ। ਜੇ ਨਾ ਕੀ ਮਜ਼ਬੂਤ ਹੋ ਗਈਆਂ ਹੱਡੀਆਂ, ਉਹ ਨਾ ਕੀ ਜਿੱਦਾਂ ਸਾਡੇ ਮੈਂ ਆਪਣੇ ਤੁਹਾਡੇ ਵਰਗੇ ਕਹਿ ਰਿਹਾ ਇਹ ਹੱਡ ਗਈਆਂ ਹੱਡੀਆਂ, ਉਹ ਸਿਆਣੀਆਂ ਹੋ ਗਈਆਂ, ਫਿਰ ਮੁਸ਼ਕਿਲ ਹੋ ਜਾਂਦਾ। ਐਬਸੋਲੂਟਲੀ ਰਾਈਟ। ਸੋ ਜਦੋਂ ਵੀ ਤੁਹਾਨੂੰ ਕੋਈ ਐਕਚੁਅਲੀ ਸਟ੍ਰੇਟ ਅਵੇ ਸਾਈਨ ਮਿਲਦਾ ਹੈ ਨਾ, ਕਦੀ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਡਾਕਟਰ ਸਾਹਿਬ, ਸਪੈਸ਼ਲੀ ਬੱਚਿਆਂ ਦੇ ਵਿੱਚ, ਬਿਕੋਜ਼ ਉਹਨਾਂ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਪਲੇ ਅ ਪਾਰਟ ਐਜ਼ ਅ ਪੇਰੈਂਟਸ। ਫਿਰ ਦੇਖੋ ਜੀ, ਉਹਨਾਂ ਨੂੰ ਵੀ ਪ੍ਰੋਬਲਮ ਬਣੀ, ਦੁੱਖ ਸਾਨੂੰ ਵੀ ਆਉਣਾ, ਸਾਡੇ ਬੱਚਿਆਂ ਨੂੰ ਜਦ ਦੁੱਖ ਹੁੰਦਾ, ਦੁੱਖ ਸਾਨੂੰ ਡਬਲ ਹੁੰਦਾ ਵਾ। ਸੋ ਆਪਾਂ ਪਹਿਲਾਂ ਦੇਖ ਲਿਆ, ਆਪਾਂ ਸਾਰੇ ਬਿਜ਼ੀ ਹੈਗੇ ਆ, ਮੈਂ ਮੰਨਦਾ, ਬਟ ਆਪਾਂ ਇੱਕ ਚੀਜ਼ ਦਾ ਖਿਆਲ ਰੱਖ ਲਏ, ਜ਼ਿੰਦਗੀ ਦੇ ਵਿੱਚ ਆਪਾਂ ਟਾਈਮ ਕੱਢਣ ਲੱਗ ਪਈਏ ਆਪਣੀ ਅਗਲੀ ਪਨੀਰੀ ਲਈ, ਆਪਣੇ ਬੱਚਿਆਂ ਲਈ, ਕਿਉਂਕਿ ਇਹ ਬੱਚੇ ਏਸੀ ਲੈ ਕੇ ਆਏ ਦੁਨੀਆ 'ਚ, ਔਰ ਏਸੀ ਸਾਹਮਣੇ। ਮੈਂ ਮੰਨਦਾ ਰੱਬ ਬੈਠਾ ਵਾ, ਪਰ ਰੱਬ ਆ ਵੀ ਕਹਿੰਦਾ ਆਪਣਾ ਵੀ ਦਿਮਾਗ ਵਰਤੋ। ਸਹੀ ਗੱਲ ਹੈ। ਸੋ ਚੱਲਾਂਗੇ ਡਾਕਟਰ ਸਾਹਿਬ ਕਿ ਟ੍ਰੀਟਿੰਗ ਐਥਰਾਈਟਿਸ, ਹੁਣ ਵੀ ਜਿਹੜੀ ਟ੍ਰੀਟਮੈਂਟ ਹੈਗੀ ਆ ਹੈ ਨਾ, ਆਸਟ੍ਰੋਐਥਰਾਈਟਿਸ ਦੀ ਕੀ ਹੈ ਤੇ ਰਿਮੋਥਾਇਡ ਐਥਰਾਈਟਿਸ ਦੀ ਟ੍ਰੀਟਮੈਂਟ ਤੇ ਇਲਾਜ ਕੀ ਹੈਗੇ, ਇਹ ਥੋੜਾ ਜਿਹਾ ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ, ਬਿਕੋਜ਼ ਦੇयर ਇਜ਼ ਡਿਫਰੈਂਟ ਟ੍ਰੀਟਮੈਂਟ ਫॉर ਬੋਥ ਆਫ them। ਓਕੇ, ਸੋ ਵੈਸੇ ਆਮ ਤੌਰ ਤੇ ਕੋਈ ਟ੍ਰੀਟਮੈਂਟ ਨਹੀਂ ਹੈਗੀ। ਹਾਂਜੀ, ਓਕੇ, ਮੈਨੇਜਮੈਂਟ ਹੈਗੀ ਆ ਇਹਨਾਂ ਦੋਨਾਂ ਦੇ ਨਾਲ। ਠੀਕ ਹੈ, ਜਿੱਦਾਂ ਮੈਂ ਕਿਹਾ ਪੇਨ ਰਿਲੀਫ। ਹਾਂਜੀ, ਨਾਓ ਲਾਈਫਸਟਾਈਲ ਚੇਂਜ ਉਹ ਪੇਨ ਰਿਲੀਫ। ਲਾਈਫਸਟਾਈਲ ਚੇਂਜ ਇਨ ਦ ਸੈਂਸ ਜਿੱਦਾਂ ਮੈਂ ਪਹਿਲਾਂ ਵੀ ਆਖਿਆ, ਰੈਗੂਲਰ ਐਕਸਰਸਾਈਜ਼, ਲੂਜ਼ਿੰਗ ਵੇਟ ਜੇ ਤੁਸੀਂ ਓਵਰਵੇਟ ਹੈਗੇ ਆ, ਔਰ ਵੇਅਰਿੰਗ ਸੂਟੇਬਲ ਫੁੱਟਵੇਅਰ, ਔਰ ਉਸ ਤੋਂ ਵੀ ਬਾਅਦ ਜੇ ਸਪੈਸ਼ਲ ਡਿਵਾਈਸਿਸ ਹੁੰਦੀਆਂ ਟੂ ਰਿਡਿਊਸ ਸਟ੍ਰੇਨਸ। ਸੋ ਕਈਆਂ ਨੂੰ ਨਾ ਕੀ ਉਹ ਤੁਹਾਨੂੰ ਸਪੈਸ਼ਲ ਸਪਲਿੰਟ ਦੇ ਦਿੰਦੇ ਆ, ਠੀਕ ਨਾ, ਹੱਥਾਂ ਲਈ। ਕਈਆਂ ਨੂੰ ਨਾ ਕੀ ਉਹ ਫੁੱਟਵੇਅਰ ਸਪੈਸ਼ਲ ਹੁੰਦੀ ਹੈ, ਕਈਆਂ ਦੀ ਬੈਕਵੇਅਰ ਸਪੈਸ਼ਲ ਹੁੰਦੀ ਹੈ, ਕਈਆਂ ਦੀ ਨਾ ਕੀ ਜੋਇੰਟਸ ਬਾਹਾਂ ਦੀ ਸਪੈਸ਼ਲ। ਸੋ ਅਡੈਪਸ਼ਨਸ ਹੁੰਦੇ ਆ ਜਿਹਦੇ ਹਿਸਾਬ ਨਾਲ ਤੁਸੀਂ ਚੇਂਜ ਕਰਨਾ ਹੁੰਦਾ। ਬਾਕੀ ਉਹਦੇ ਵਿੱਚ ਇਹ ਹੁੰਦਾ ਵਾ, ਮੈਡੀਸਨ ਜਿਹੜੀ ਹੈਗੀ ਹੈ ਨਾ, ਜਿਹੜੀ ਨਾ ਕੀ ਆ ਡਾਕਟਰ ਜਾਂ ਪੇਨ ਰਿਲੀਫ ਵਾਲੇ ਸੋਚਦੇ ਆ ਤੁਹਾਡੀ ਇਹ ਆਰਥਰਾਈਟਿਸ ਜਾਂ ਆਰਥਰਾਈਟਿਸ ਰੂਮਟੋਇਡ ਆਰਥਰਾਈਟਿਸ ਲਈ ਇਫੈਕਟਿਵ ਹੈਗੀ ਆ, ਉਹ ਲਓ। ਆਪਣੇ ਵਿੱਚ ਹੋਰ ਵੀ ਪ੍ਰੋਬਲਮ ਹੈਗੀ ਆ, ਅਸੀਂ ਦੇਖਦੇ ਹਾਂ ਕਿ ਇਹਨੂੰ ਆਰਥਰਾਈਟਿਸ ਹੋਈ, ਮੈਂ ਇਹਦੀ ਦਵਾਈ ਖਾ ਕੇ ਦੇਖ ਲਵਾਂ। ਇਹ ਬਹੁਤ ਵੱਡੀ ਸਾਡੀ ਕਮਿਊਨਿਟੀ 'ਚ ਬਹੁਤ ਵੱਡੀ ਪ੍ਰੋਬਲਮ ਆ। ਅਸੀਂ ਸੋਚਦੇ ਯਾਰ ਉਹਨੂੰ ਨਾ ਕੀ ਆ, ਇਹ ਦਵਾਈ ਖਾ ਰਿਹਾ, ਮੈਂ ਵੀ ਉਹ ਖਾ ਕੇ ਦੇਖ ਲਵਾਂ। ਸਾਡੇ ਸਾਰਿਆਂ ਦੇ ਸਰੀਰ ਡਿਫਰੈਂਟ ਆ। ਜਿੱਦਾਂ ਹੁਣ ਮੇਰੀ ਹੱਥ ਹੈਗਾ, ਕੋਈ ਉਂਗਲੀ ਇੱਕੋ ਜਿਹੀ ਨਹੀਂ ਹੈਗੀ, ਅਸੀਂ ਇੱਦਾਂ ਦੇ ਸਾਰੇ, ਅਸੀਂ ਡਿਫਰੈਂਟ ਆ। ਅੰਦਰੋਂ ਵੀ ਆਪਾਂ ਸਾਰੇ ਡਿਫਰੈਂਟ ਆ। ਜੇ ਅੰਦਰੋਂ ਆਪਾਂ ਸਾਰੇ ਡਿਫਰੈਂਟ, ਬਾਹਰੋਂ ਆਪਾਂ ਸਾਰੇ ਡਿਫਰੈਂਟ, ਸੋ ਦਵਾਈ ਵੀ ਕਈਆਂ ਨੂੰ ਡਿਫਰੈਂਟ ਖਾਣੀ ਪੈਂਦੀ ਆ, ਕਈਆਂ ਨੂੰ ਸੇਮ ਹੋ ਸਕਦੀ ਆ, ਬਟ ਇਸੀ ਉਹ ਡਿਸੀਜਨ ਨਹੀਂ ਬਣਾਉਣਾ। ਉਹ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਆ ਨਾ, ਉਹ ਡਿਸੀਜਨ ਬਣਾਓ ਕਿ ਤੁਹਾਡੀ ਜਿਹੜੀ ਆਸਟਰਾਈਟਿਸ ਆ, ਰੂਮਟੋਇਡ ਆਰਥਰਾਈਟਿਸ ਹੈਗੀ ਆ, ਉਹ ਕਿੱਦਾਂ ਮੈਨੇਜ ਕਰਨੀ ਹੈ। ਠੀਕ ਹੈ। ਸੋ ਡਾਕਟਰ ਸਾਹਿਬ, ਇੱਕ ਸਟੇਜ ਉਦੋਂ ਆ ਜਾਂਦੀ ਆ ਜਦੋਂ ਸਾਡੀ ਮੈਡੀਸਨ ਅਸੀਂ ਖਾ ਰਹੇ ਹਾਂ, ਇਟਸ ਨਾਟ ਵਰਕਿੰਗ, ਟ੍ਰੀਟਮੈਂਟ ਕਈ ਸਟੀਰੋਇਡ ਇੰਜੈਕਸ਼ਨ ਵੀ ਲੈ ਰਹੇ ਹੁੰਦੇ ਆ, ਤੁਹਾਨੂੰ ਪਤਾ ਕਿ ਗੋਡਿਆਂ ਦੇ ਵਿੱਚ ਜਾਂ ਮੋਢਿਆਂ ਦੇ ਵਿੱਚ ਜਿਨ੍ਹਾਂ ਦੇ ਜ਼ਿਆਦਾ ਐਥਰਾਈਟਿਸ ਹੋਏ, ਪਰ ਉਦੋਂ ਵੀ ਫਰਕ ਨਹੀਂ ਪੈਂਦਾ, ਦੈਨ ਇਟਸ ਟਾਈਮ ਫॉर ਸਰਜਰੀ। ਐਂਡ ਇਹ ਤਾਂ ਤੁਹਾਨੂੰ ਪਤਾ ਸਾਡੇ ਲੋਕ ਸਰਜਰੀ ਕਰਾਉਣ ਤੋਂ ਬਹੁਤ ਜ਼ਿਆਦਾ ਡਰਦੇ ਨੇ, ਤੇ ਤੁਸੀਂ ਕੀ ਕਹੋਗੇ ਵੀ ਸਰਜਰੀ ਜਦੋਂ ਇੱਕ ਡਾਕਟਰ, ਇੱਕ ਕੰਸਲਟੈਂਟ ਦੇਖਦਾ ਵੀ ਹੋਰ ਕੋਈ ਚਾਰਾ ਨਹੀਂ ਹੈ ਐਂਡ ਦੇ ਹੈਵ ਟੂ ਹੈਵ ਅ ਸਰਜਰੀ, ਉਹ ਕਿਸ ਤਰੀਕੇ ਦੇ ਨਾਲ, ਹਾਊ ਯੂ ਵਿਲ ਸੇ ਸਾਡੇ ਵਿਊਅਰਸ ਜਿਹੜੇ ਨੇ, ਜਿਹੜੇ ਸਰਜਰੀ ਕਰਾਉਣਾ ਚਾਹੁੰਦੇ ਨੇ ਬਟ ਟੂ ਮਾਈਂਡਡ ਨੇ, ਅਸੀਂ ਕਰਾਈਏ ਕਿ ਨਾ ਕਰਾਈਏ, ਐਂਡ ਐਥਰਾਈਟਿਸ ਬਹੁਤ ਜ਼ਿਆਦਾ ਖਰਾਬ ਹੈਗਾ ਉਹਨਾਂ ਦਾ। ਦੇਖੋ ਜੀ, ਗੱਲ ਇਹ ਹੈਗੀ ਆ ਕਿ
ਜੇ ਤੁਸੀਂ ਮੈਨੇਜ ਕਰ ਸਕਦੇ ਪੇਨ, ਉਹਦੀ ਵਰਗੀ ਰੀਸ ਨਹੀਂ ਹੈਗੀ। ਜੇ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਮੈਨੇਜ ਕਰ ਸਕਦੇ ਆ ਆਪਣੀ ਪੇਨ, ਉਹਦੀ ਵਰਗੀ ਰੀਸ ਨਹੀਂ ਹੈਗੀ। ਕਿਉਂਕਿ ਜਿਹੜਾ ਓਰੀਜਨਲ ਪਾਰਟ ਹੁੰਦਾ ਉਹ ਓਰੀਜਨਲ ਹੀ ਹੁੰਦਾ, ਠੀਕ ਨਹੀਂ। ਜਦ ਤੁਸੀਂ ਪਾਰਟ ਬਦਲ ਦਿਓ, ਹੁਣ ਗੱਡੀ ਆ, ਮੈਂ ਆਪਣੀ ਪਿਆਰੀ ਗੱਡੀ 'ਤੇ ਆਇਆ ਨਾ ਦੁਬਾਰਾ, ਮੇਰੀ ਗੱਡੀ ਦੇ ਵਿੱਚ ਓਰੀਜਨਲ ਪਾਰਟ ਹੈਗੇ ਆ। ਹਾਂਜੀ, ਮੈਨੂੰ ਪਤਾ ਕਿ ਜੇ ਮੈਂ ਕੋਈ ਗੱਡੀ ਦਾ ਪਾਰਟ ਚੇਂਜ ਹੋ ਗਿਆ, ਓਰੀਜਨਲ ਮਿਲਣਾ ਮੁਸ਼ਕਿਲ ਹੋ ਜਾਂਦਾ ਕਈ ਵਾਰੀ, ਕਿਉਂਕਿ ਗੱਡੀ ਦੀ ਏਜ ਦੇ ਹਿਸਾਬ ਨਾਲ ਤੁਹਾਨੂੰ ਫਿਰ ਦੂਜਾ ਪਾਰਟ ਪਾਉਣਾ ਪੈਂਦਾ। ਉਹਦੀ ਜਿਹੜੀ ਨਾ ਕੀ ਆ, ਗੱਡੀ ਦੀ ਜਿਹੜੀ ਚੱਲਣ ਦਾ ਜਿਹੜਾ ਸਟਾਈਲ ਆ, ਉਹ ਸਮੂਥਨੈਸ ਆ, ਉਹ ਚੇਂਜ ਹੁੰਦੀ ਆ। ਕਈ ਵਾਰੀ ਉਹ ਠੀਕ ਵੀ ਨਹੀਂ ਪੈਂਦੀ, ਕਈ ਵਾਰ ਠੀਕ ਪੈ ਵੀ ਜਾਂਦੀ ਆ। ਯੰਗਰ ਏਜ ਦੇ ਵਿੱਚ ਆਪਰੇਸ਼ਨ ਕਰਾਉਣੇ, ਮੈਂ ਕਹਿੰਦਾ ਚਲੋ ਆਫਟਰ ਐਡਵਾਈਸ ਵਿਦ ਹੈਲਥ ਪ੍ਰੋਫੈਸ਼ਨਲ, ਜਿਹੜੇ ਹੈਗੇ ਡਾਕਟਰਸ ਹੈਗੇ ਆ, ਜਿਹੜੇ ਪ੍ਰੋਫੈਸ਼ਨਲ ਹੈਗੇ ਆ ਇਹ ਫੀਲਡ ਦੇ ਵਿੱਚ, ਉਹਨਾਂ ਦੇ ਐਡਵਾਈਸ ਦੇ ਨਾਲ ਤੁਸੀਂ ਲੈ ਲਓ। ਜੇ ਸਾਡੀ ਉਮਰ ਥੋੜ੍ਹੀ ਹੈਗੀ ਆ ਜ਼ਿਆਦਾ, ਆਪਾਂ ਸੋਚ ਕੇ, ਪਰ ਜਿਹੜੇ ਨਾ ਕਿ ਰਿਸਕ ਫੈਕਟਰ ਆ ਉਹਨਾਂ ਨੂੰ ਦੇਖ ਕੇ, ਕਿਉਂਕਿ ਇਕੱਲਾ ਆ ਨਹੀਂ ਹੁੰਦਾ ਆਪਰੇਸ਼ਨ ਕਰਾਉਣਾ, ਆ ਵੀ ਹੁੰਦਾ ਕਿ ਆਪਾਂ ਨੂੰ ਹੋਰ ਕਿਹੜੀਆਂ ਬਿਮਾਰੀਆਂ ਹੈਗੀਆਂ। ਆਪਾਂ ਨੂੰ ਜੇ ਡਾਇਬੀਟੀਜ਼ ਆ, ਹਾਰਟ ਦੀ ਪ੍ਰੋਬਲਮ ਆ ਗਈ ਆ, ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈਗੀ ਆ, ਜੇ ਹੋਰ ਵੀ ਆਪਾਂ ਨੂੰ ਬਿਮਾਰੀਆਂ ਅਟੈਚਡ ਹੈਗੀਆਂ ਹਨ, ਆਪਾਂ ਹੋਰ ਦਵਾਈਆਂ ਖਾ ਰਹੇ ਹਾਂ, ਸੋ ਸਾਨੂੰ ਨਾ ਕਿ ਉਹ ਜਿਹੜਾ ਰਿਸਕ ਫੈਕਟਰ ਹੈਗਾ ਵਾ, ਜਿਹੜਾ ਡੇਂਜਰ, ਉਹ ਵੱਧ ਜਾਂਦੀ ਹੈ। ਸੋ ਉਹਦੇ ਹਿਸਾਬ ਨਾਲ ਸਾਨੂੰ ਇਹ ਪ੍ਰੀਕੋਸ਼ਨ ਲੈਣੀ ਪੈਂਦੀ ਆ। ਹਾਂਜੀ, ਸੋ ਉਹ ਜਵਾਬ ਇਹ ਹੈਗਾ ਵਾ, ਜਦ ਤੱਕ ਨਾ ਕੀ ਆ ਤੁਹਾਡਾ ਜਿਹੜੇ ਬਿਗਰ ਪਿਕਚਰ ਜਿਹਨੂੰ ਕਹਿੰਦੇ, ਵੱਡੀ ਪਿਕਚਰ ਕਿ ਕੀ ਬਿਮਾਰੀਆਂ ਆਪਾਂ ਨੂੰ ਉੱਦਾਂ ਵੀ ਹੈਗੀਆਂ, ਕਿਹੜੇ ਰਿਸਕ ਹੈਗੇ ਆ, ਜਿਹੜਾ ਹੈਲਥ ਪ੍ਰੋਫੈਸ਼ਨਲ ਉਹਨੇ ਰਿਸਕ ਦੱਸ ਦੇਣੇ ਆ ਕਿ ਬਈ ਤੈਨੂੰ ਆਹ ਬਿਮਾਰੀਆਂ ਹੈਗੀਆਂ, ਆਹ ਦਵਾਈਆਂ ਤੂੰ ਖਾ ਰਹੇ ਆ, ਉਹ ਖਾ ਰਹੀ ਆ, ਆਹ ਰਿਸਕ ਆ, ਤੂੰ ਪੇਨ ਰਿਲੀਫ 'ਤੇ ਰਹਿ। ਆਪਾਂ ਉਹਨਾਂ ਦੀ ਸਲਾਹ ਨਾਲ ਚੱਲਣਾ। ਆਪਾਂ ਇਹ ਨਹੀਂ ਕਿ ਆਪਣੀ ਸਲਾਹ ਦੇਣਾ ਆਪਣਾ, ਨਹੀਂ ਜੀ ਮੇਰਾ ਆਪਰੇਸ਼ਨ ਕਰੋ, ਮੈਂ ਵਿਆਹ ਜਾਣਾ ਕੈਨੇਡਾ, ਮੇਰਾ ਆਪਰੇਸ਼ਨ ਕਰੋ। ਹਾਂਜੀ, ਸਹੀ ਗੱਲ ਹੈ। ਇਹ ਬਹੁਤ ਪ੍ਰੋਬਲਮ ਹੁੰਦੀ ਹੈ, ਨਹੀਂ ਯਾਰ ਮੈਂ ਆਪਣੇ ਨਾ ਕਿ ਪੋਤੇ ਦਾ, ਦੋਤੇ ਦਾ, ਉਹਦਾ ਮੈਂ ਵਿਆਹ ਜ਼ਰੂਰ ਦੇਖਣਾ, ਮੇਰਾ ਗੋਡਾ ਠੀਕ ਕਰੋ, ਆਪਰੇਸ਼ਨ ਹੋਵੇ ਜਿੱਦਾਂ ਮਰਜ਼ੀ ਕਰਦੇ। ਆਪਾਂ ਭੁੱਲ ਜਾਂਦੇ ਹਾਂ ਕਿ ਜਿਹੜੇ ਹੈਲਥ ਪ੍ਰੋਫੈਸ਼ਨਲਸ ਆ, ਇਹਨਾਂ ਨੇ ਸਾਰੀ ਜ਼ਿੰਦਗੀ ਇਹ ਚੀਜ਼ਾਂ ਦੀ ਨਾ ਕੀ ਆ ਖੋਜ ਕੀਤੀ ਆ। ਇਹ ਰੋਜ਼ ਆਪਰੇਸ਼ਨ ਕਰਦੇ ਆ, ਰੋਜ਼ ਇਹ ਬਿਮਾਰੀਆਂ ਦੇਖਦੇ ਆ। ਜਦ ਆਪਾਂ ਉਹਨਾਂ ਕੋਲ ਗਏ ਆ, ਉਹ ਪ੍ਰੋਫੈਸ਼ਨਲ ਹੈਗੇ ਆ, ਉਹਨਾਂ ਦੀ ਐਡਵਾਈਸ ਵੀ ਮੰਨੀ। ਹਾਂਜੀ, ਨਾਲੇ ਇਹ ਡਾਕਟਰ ਸਾਹਿਬ ਦੇਖਣ ਦੇ ਵਿੱਚ ਆਇਆ ਕਿ ਜਿੱਥੇ ਕਈ ਪੇਸ਼ੈਂਟ ਇਲਾਜ ਕਰਾਉਣਾ ਚਾਹੁੰਦੇ ਆ, ਸਰਜਰੀ ਕਰਾਉਣਾ ਚਾਹੁੰਦੇ ਆ, ਉੱਥੇ ਉਹ ਹੈ ਜੋ ਨਹੀਂ ਵੀ ਕਰਵਾਉਣਾ ਚਾਹੁੰਦੇ ਹੈਗੇ। ਸੋ ਇਟਸ ਮਿਕਸ ਆਫ ਬੋਥ। ਬਟ ਮੈਂ ਇਹ ਜਾਣਨਾ ਚਾਹਾਂਗੀ ਕਿ ਜਦੋਂ ਆਪਰੇਸ਼ਨ ਜਿਹੜਾ ਸਪੈਸ਼ਲੀ ਸਾਡਾ ਜਿਹਨੂੰ ਅਸੀਂ ਗੰਢਿਆ ਕਹਿੰਦੇ ਹਾਂ, ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਹੈ ਨਾ, ਤੇ ਉਹਦੇ ਵਿੱਚ ਜਿਹੜੀ ਸਰਜਰੀ ਹੁੰਦੀ ਹੈ, ਇਟਸ ਅ ਬਿਗ ਸਰਜਰੀ, ਕਹਿ ਲਓ ਵੀ ਸਭ ਤੋਂ ਵੱਡੀ ਸਰਜਰੀ ਉਹ ਮੰਨੀ ਜਾਂਦੀ ਹੈ, ਐਂਡ ਸਭ ਤੋਂ ਜ਼ਿਆਦਾ ਹੋ ਵੀ ਹੋ ਰਹੀ ਹੈ, ਜਿਹੜੀ ਕਿ ਗੋਡਿਆਂ ਦੀ ਸਾਡੇ ਬਜ਼ੁਰਗਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ। ਤੇ ਉਹ ਥੋੜਾ ਜਿਹਾ ਇਨਫੋਰਮੇਸ਼ਨ ਤੁਸੀਂ ਪ੍ਰੋਵਾਈਡ ਕਰੋ ਵੀ ਜਿਹੜੀ ਸਰਜਰੀ ਆ ਉਹਦੇ ਵਿੱਚ ਕੀ ਹੁੰਦਾ ਜਦੋਂ ਐਥਰਾਈਟਿਸ ਹੋ ਜਾਂਦਾ, ਤੇ ਵਾਟਸ ਦ ਪ੍ਰੋਸੈਸ ਆਫ ਦੈਟ, ਕਿ ਕਿਸ ਤਰੀਕੇ ਦੇ ਨਾਲ ਡੀਲ ਕਰਦੇ ਆ ਉਹਨਾਂ ਨੂੰ ਜਦੋਂ ਪੇਸ਼ੈਂਟ ਨੂੰ ਪਤਾ ਲੱਗ ਜਾਏ ਵੀ ਸਾਡੀ ਸਰਜਰੀ ਹੋ ਰਹੀ ਹੈ। ਓਕੇ, ਸੋ ਇੱਦਾਂ ਹੁੰਦਾ ਕਿ ਪਹਿਲੋਂ ਨਾ ਕੀ ਆ, ਤੁਸੀਂ ਆਪਣੇ ਡਾਕਟਰ ਹੋ ਜਾਂਦੇ, ਜੀਪੀ ਕੋਲ ਤੁਹਾਨੂੰ ਰਿਫਰ ਹੁੰਦੇ ਆ ਕੰਸਲਟੈਂਟ ਨੂੰ, ਔਰਥੋਪੀਡਿਕ ਕੰਸਲਟੈਂਟ ਕੋਲ ਤੁਸੀਂ ਜਾਂਦੇ ਆ। ਉਹਦੇ ਵਿੱਚ ਦੋ ਐਵਨਿਊ ਆ ਜਾਂਦੇ ਆ, ਜਿੱਦਾਂ ਮੈਂ ਪਹਿਲਾਂ ਵੀ ਆਖਿਆ, ਕਈ ਵਾਰੀ ਤੁਹਾਨੂੰ ਜੀਪੀ ਨੂੰ ਪਤਾ ਲੱਗ ਜਾਂਦਾ ਕਿ ਇਹਦੀ ਜਿਹੜੀ ਪੇਨ ਆ, ਇਹ ਪੇਨ ਰਿਲੀਫ ਮੈਨੇਜਮੈਂਟ ਕਲੀਨਿਕ ਦੇ ਨਾਲ ਕੰਟਰੋਲ ਹੋ ਸਕਦੀ ਹੈ, ਸੋ ਤੁਹਾਨੂੰ ਉੱਥੇ ਰਿਫਰ ਕਰ ਦਿੰਦੇ ਆ। ਉਹ ਜਿਹੜਾ ਆਪਰੇਸ਼ਨ ਦਾ ਸਟੇਜ ਆਉਂਦਾ ਵਾ, ਉਹ ਆਉਂਦਾ ਦੋ ਤਰੀਕਿਆਂ ਨਾਲ। ਇੱਕ, ਜੇ ਕੋਈ ਯੰਗ ਹੈਗਾ ਵਾ, ਉਹ ਜੀਪੀ ਸੋਚਦਾ ਨਹੀਂ ਯਾਰ ਆਪਰੇਸ਼ਨ ਕਰਕੇ ਇਹਨੂੰ ਸੈੱਟ ਕਰ ਦਿਓ, ਦੈਟਸ ਫਾਈਨ। ਦੂਜਾ ਆਉਂਦਾ ਕਿ ਇੱਕ ਲੈਵਲ 'ਤੇ ਹੁੰਦਾ ਕਿ ਜੀਪੀ ਸੋਚਦਾ ਨਹੀਂ ਇਹਨੂੰ ਹੋਰ ਕੋਈ ਬਿਮਾਰੀਆਂ ਨਹੀਂ ਹੈਗੀਆਂ, ਇਹਦਾ ਆਪਰੇਸ਼ਨ ਹੋ ਸਕਦਾ, ਈਵਨ ਤਾਂ ਉਮਰ ਹੈਗੀ ਆ, ਇਹਨੂੰ ਪੇਨ ਰਿਲੀਫ ਦੇਣ ਨਾਲ ਇਹਦਾ ਆਪਰੇਸ਼ਨ ਕਰ ਦਿਓ। ਫਿਰ ਤੁਹਾਨੂੰ ਰਿਫੇਅਰ ਕੀਤਾ ਜਾਂਦਾ। ਜਿਹੜਾ ਤੁਹਾਡਾ ਨਾ ਕੀ ਆ ਕੰਸਲਟੈਂਟ ਦਾ, ਉਹ ਫਿਰ ਤੁਹਾਨੂੰ ਕਈ ਚੀਜ਼ਾਂ ਥਰੂ ਲੈ ਕੇ ਜਾਂਦਾ। ਹੁਣ ਤੁਹਾਨੂੰ ਸਮਝਾਓ ਡਿਪੈਂਡਿੰਗ ਔਨ ਕਿਹੜਾ, ਕਿਉਂਕਿ ਆਰਥਰਾਈਟਿਸ ਵਿੱਚ ਇਹਦੇ ਵਿੱਚ ਨਾ ਕੀ ਹੈ, ਕਈ ਰੂਮਟੋਇਡ ਦੇ ਵਿੱਚ ਕਈ ਡਿਫਰੈਂਟ ਫੈਕਟਰਸ ਹੈਗੇ ਆ, ਕਈ ਡਿਫਰੈਂਟ ਨਾ ਕੀ ਆ ਆਰਥਰਾਈਟਿਸ ਰੂਮਟੋਇਡਸ ਹੈਗੀਆਂ ਵਾ। ਉਹਦੇ ਵਿੱਚ ਉਹਨੇ ਤੁਹਾਨੂੰ ਸਮਝਾਉਣਾ। ਐਂਡ ਆਮ ਤੌਰ 'ਤੇ ਅੱਜ ਕੱਲ੍ਹ ਉਹਨਾਂ ਦੀ ਇੱਕ ਸਕਰੀਨ ਲੱਗੀ ਹੁੰਦੀ ਹੈ, ਉਹਨਾਂ ਦੀ ਸਕਰੀਨ ਦੇ ਉੱਪਰ ਨਾ ਐਜ਼ ਅ ਪਿਕਚਰ, ਅੱਜ ਕੱਲ੍ਹ ਕੰਸਲਟੈਂਟ ਨੇ ਬਹੁਤ ਕਰਨ ਲੱਗ ਪਏ, ਇੱਕ ਪਿਕਚਰ ਦੇ ਨਾਲ ਡਰੋਇੰਗਾਂ ਕਰਕੇ ਉਹਨੂੰ ਦੱਸਦੇ ਆ ਕਿ ਆਹ ਲਿਗਾਮੈਂਟ ਆ, ਆਹ ਤੁਹਾਡਾ ਗੋਡਾ ਵਾ, ਆਹ ਤੁਹਾਡੀ ਚਮੜੀ ਆ, ਆਹ ਤੁਹਾਡੀ ਲੱਤ ਆ, ਇਹਨੂੰ ਇੱਥੇ ਕਰਕੇ ਇੱਦਾਂ ਆਇਆ ਨਾ, ਇਸ ਆ ਵੀ ਪਹਿਲੇ ਹਫਤੇ 'ਚ ਇੱਦਾਂ ਹੋਇਆ ਨਾ, ਦੂਜੇ ਹਫਤੇ 'ਚ ਟਾਂਕੇ ਲੱਗਣੇ, ਤੀਜੇ ਹਫਤੇ ਫਿਰ ਤੂੰ ਤੁਰਨ ਲੱਗਣਾ, ਚੌਥੇ। ਉਹਨਾਂ ਨੇ ਬੜਾ ਤੁਹਾਨੂੰ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਦੱਸਣਾ। ਇੱਕ ਚੀਜ਼ ਦੀ ਬਹੁਤ ਵੱਡੀ ਪ੍ਰੋਬਲਮ ਆ, ਜਦ ਕੰਸਲਟੈਂਟ ਤੁਹਾਨੂੰ ਪੁੱਛਦਾ ਵਾ ਕਿ ਤੁਹਾਨੂੰ ਇੰਗਲਿਸ਼ ਸਮਝ ਲੱਗਦੀ ਹੈ,
ਆਪੇ ਕਈ ਲੋਕ ਕਹਿੰਦੇ ਯਾਰ ਸ਼ਰਮਾਉਂਦੇ ਪਤਾ ਨਹੀਂ ਕਹਿੰਦੇ ਜਾਂ ਕਿਉਂ ਯੈਸ, ਬਟ ਉਹਨਾਂ ਕੱਲਾ ਯੈਸ ਹੀ ਪਤਾ ਹੁੰਦਾ। ਉਹ ਜਿਹੜੇ ਕੰਸਲਟੈਂਟ ਨੇ ਗੱਲ ਕਰਨੀ ਆ ਉਹਦਾ ਜਿਹੜੀ ਡੂੰਘਾਈ ਆ ਆਪਣਾ ਬੰਦਾ ਨਾਲ ਜਾਂ ਇੰਟਰਪ੍ਰੀਟਰ ਜੁੜੀ ਉੱਥੇ ਹੋਣਾ ਚਾਹੀਦਾ ਕਿ ਤੁਹਾਨੂੰ ਟੂ ਦ ਡੈਪਥ ਤੱਕ, ਡੂੰਘਾਈ ਤੱਕ ਤੁਹਾਨੂੰ ਸਮਝ ਆਵੇ ਕਿ ਮੈਨੂੰ ਕੰਸਲਟੈਂਟ ਸ਼ੁਰੂ ਤੋਂ ਐਂਡ ਤੱਕ ਕੀ ਕਹਿ ਰਿਹਾ। ਉਹ ਮੈਨੂੰ ਸਮਝਾ ਰਿਹਾ ਕਿ ਮੇਰੇ ਲੱਤ ਦੇ ਆਪਰੇਸ਼ਨ ਤੋਂ ਸ਼ੁਰੂ ਲੈ ਕੇ ਟਾਂਕਿਆਂ ਲੱਗਣ ਤੱਕ, ਫਿਜ਼ੀਓ ਕਰਨ ਤੱਕ, ਦਵਾਈਆਂ ਦੇਣ ਤੱਕ, ਤੁਰਨ ਤੱਕ ਕਿਹੜੀ ਮੇਰੀ ਸਟੇਜ ਆ। ਹਾਂਜੀ, ਉਹ ਤੁਹਾਨੂੰ ਸਮਝਣਾ ਬੜਾ ਜ਼ਰੂਰੀ ਹੈ। ਹੁਣ ਉਹ ਸਟੇਜਾਂ ਵੱਖਰੀਆਂ ਹੈਗੀਆਂ, ਉਹ ਮੈਂ ਸਾਰੀਆਂ ਸਟੇਜਾਂ ਤਾਂ ਨਹੀਂ ਦੱਸ ਸਕਦਾ ਕਿਉਂਕਿ ਵੱਖਰੀਆਂ ਹੈਗੀਆਂ। ਹਾਂਜੀ, ਬਟ ਮੈਂ ਤੁਹਾਨੂੰ ਬੇਸਿਕ ਦੱਸਿਆ ਤੁਹਾਡਾ ਪ੍ਰੋਸੈਸ ਕੀ ਹੈਗਾ ਉਹ ਕੰਸਲਟੈਂਟ ਨਾਲ ਉਹ ਜਿਹੜੀ ਮੀਟਿੰਗ ਹੈਗੀ, ਉਹ ਤੁਹਾਡੀ ਜਿਹੜੀ ਅਪੋਇੰਟਮੈਂਟ ਹੈਗੀ ਆ, ਉੱਥੇ ਜੇ ਤੁਹਾਡੀ ਇੰਗਲਿਸ਼ ਥੋੜ੍ਹੀ ਵੀ ਪੂਰ ਆ ਆਪਣੇ ਨਾਲ ਕਿਸੇ ਨੂੰ ਲੈ ਜਾਓ ਜਾਂ ਇੰਟਰਪ੍ਰੀਟਰ ਕਰਾ ਲਓ। ਸੋ ਤੁਹਾਨੂੰ ਪਤਾ ਹੋਵੇ, ਤੁਹਾਡੇ ਦਿਮਾਗ 'ਚ ਹੋਵੇ, ਕਿਉਂਕਿ ਕਈ ਵਾਰੀ ਆਪਣੇ ਜਿਹੜੇ ਬਜ਼ੁਰਗ ਹੈਗੇ ਆ ਨਾ, ਸਾਡੇ ਨਾਲ ਕੀ ਮਾਵਾਂ, ਸਾਡੇ ਬਜ਼ੁਰਗ, ਸਾਡੇ ਪਿਓ, ਉਹ ਟੈਨਸ਼ਨਾਂ 'ਚ ਬਹੁਤ ਰਹਿੰਦੇ ਆ ਐਂਡ ਟੈਨਸ਼ਨ ਇੰਨੀ ਹੁੰਦੀ ਨਹੀਂ ਜਿੰਨੀ ਉਹ ਲੈ ਲੈਂਦੇ ਆ। ਸੋ ਪਤਾ ਕਰਨਾ ਬੜਾ ਜ਼ਰੂਰੀ ਆ। ਔਰ ਆਲਰੇਡੀ ਤੁਹਾਨੂੰ ਦਰਦ ਹੋ ਰਹੀ ਆ, ਤੁਹਾਡਾ ਆਪਰੇਸ਼ਨ ਹੋ ਰਿਹਾ, ਉੱਪਰ ਤੁਹਾਨੂੰ ਟੈਨਸ਼ਨ ਹੋ ਗਈ, ਆਪਰੇਸ਼ਨ ਦੇ ਥੀਏਟਰ 'ਤੇ ਬਲੱਡ ਪ੍ਰੈਸ਼ਰ ਤੁਹਾਡਾ ਜੇ ਹਾਈ ਹੋ ਗਿਆ, ਆਪਰੇਸ਼ਨ ਕੈਂਸਲ ਹੋ ਜਾਣਾ। ਹਾਂਜੀ, ਸੋ ਕਈ ਫੈਕਟਰ ਰਹਿੰਦੇ ਆ। ਆਪਾਂ ਨੂੰ ਨਾ ਕਿ ਸਮਝਣਾ ਬੜਾ ਜ਼ਰੂਰੀ ਆ ਕਿ ਤੁਹਾਨੂੰ ਕੰਸਲਟੈਂਟ ਉਹ ਅਪੋਇੰਟਮੈਂਟ ਦੇ ਵਿੱਚ ਕੀ ਸਮਝਾ ਰਿਹਾ, ਉਹਨੇ ਤੁਹਾਨੂੰ ਹਰ ਚੀਜ਼ ਸਮਝਾਉਣੀ ਆ ਸਟਾਰਟ ਤੋਂ ਲੈ ਕੇ ਫਿਨਿਸ਼ ਤੱਕ, ਕਿ ਉਹਨੇ ਕਿਹੜਾ ਪ੍ਰੋਸੈਸ, ਉਹਨੇ ਇੱਥੇ ਤੱਕ ਦੱਸ ਦੇਣਾ ਕਿ ਮੈਂ ਕੀ ਕੱਢਣਾ ਵਾ, ਕਿਹੜੀ ਹੱਡੀ ਮੈਂ ਕੱਢਣੀ, ਕਿਹੜੀ ਮੈਂ ਕੱਢਣੀ, ਉਹਨੇ ਇੱਕ ਚੀਜ਼ ਕੰਸਲਟੈਂਟ ਨੂੰ ਸਮਝਾ ਦਿੰਦਾ ਵਾ। ਹਾਂਜੀ, ਉਹ ਤੁਹਾਨੂੰ ਸਮਝਣਾ ਬੜਾ ਜ਼ਰੂਰੀ। ਇਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਵੀ ਬੇਹੋਸ਼ੀ ਕਿਸ ਤਰੀਕੇ ਦੇ ਨਾਲ ਕਰੀਏ, ਕਿਉਂਕਿ ਇਹ ਹੈਗਾ ਕਿ ਜਿਹੜੀ ਬੇਹੋਸ਼ੀ ਕਿਰਿਆ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਕਈਆਂ ਨੂੰ ਪੂਰਾ ਸਵਾ ਕੇ ਕੀਤਾ ਜਾਂਦਾ ਹੈ, ਕਈਆਂ ਨੂੰ ਬਿਕੋਜ਼ ਆਫ ਮੈਡੀਕਲ ਰੀਜ਼ਨ ਕਰਕੇ ਪੂਰਾ ਨਹੀਂ ਸਵਾ ਸਕਦੇ, ਸੋ ਇੱਦਾਂ ਸਵਾਇਆ ਜਾਂਦਾ। ਉਹ ਵੀ ਤੁਹਾਡੀ ਮੈਡੀਕਲ ਹਿਸਟਰੀ ਦੇਖ ਕੇ ਜਿਹੜਾ ਤੁਹਾਡਾ ਕੰਸਲਟੈਂਟ ਹੈਗਾ ਉਹ ਦੱਸੇਗਾ। ਇੱਕ ਡਾਕਟਰ ਸਾਹਿਬ ਮੈਂ ਜ਼ਰੂਰ ਦੱਸਣਾ ਚਾਹਾਂਗੀ ਆਪਣੇ ਵਿਊਅਰਸ ਨੂੰ ਵੀ ਜਿਹੜਾ ਆਪਰੇਸ਼ਨ ਹੈਗਾ, ਅਸੀਂ ਸੋਚਦੇ ਵੀ ਆਪਰੇਸ਼ਨ ਹੋਏਗਾ ਅਸੀਂ ਠੀਕ ਹੋ ਗਿਆ, ਪਰ 50% ਹੈਗਾ ਵੀ ਤੁਸੀਂ ਠੀਕ ਹੋ, ਪਰ 50% ਤੁਹਾਡਾ ਐਕਸਰਸਾਈਜ਼ ਹੈਗੀ ਆ। ਯੂ ਹੈਵ ਟੂ ਡੂ ਦਾ ਐਕਸਰਸਾਈਜ਼। ਅਗਰ ਤੁਸੀਂ ਆਪਰੇਸ਼ਨ ਕਰਵਾ ਰਹੇ ਹੋ ਜਾਂ ਕਰਵਾਉਣ ਦੇ ਵਿੱਚ ਤੁਹਾਡਾ ਪ੍ਰੋਸੈਸ ਚੱਲ ਰਿਹਾ, ਤੇ ਐਡਵਾਈਸ ਇਹੋ ਰਹੇਗੀ ਵੀ ਇਹ ਨਾ ਸੋਚੋ ਵੀ ਤੁਸੀਂ ਸਟ੍ਰਾਈਟ ਵੇ ਆਪਰੇਸ਼ਨ ਹੋਇਆ ਤੇ ਤੁਸੀਂ ਠੀਕ ਹੋ ਗਏ। ਇਟ ਇੰਕਲੂਡ ਲੋਟਸ ਆਫ ਪੇਨ, ਲੋਟਸ ਆਫ ਐਕਸਰਸਾਈਜ਼। 50% ਜਿਹੜਾ ਕੰਮ ਹੈ ਜਿਹੜੇ ਸਰਜਨਸ ਨੇ ਉਹਨਾਂ ਨੇ ਤੁਹਾਡਾ ਆਪਰੇਸ਼ਨ ਕਰਕੇ ਕਰ ਦੇਣਾ, ਬਟ ਜਿਹੜਾ 50% ਹੈ ਜਦੋਂ ਤੱਕ ਤੁਸੀਂ ਆਪਣਾ ਯੋਗਦਾਨ ਨਹੀਂ ਪਾਉਂਦੇ, ਆਪਣੀ ਡੇ 1 ਤੋਂ ਐਕਸਰਸਾਈਜ਼ ਸਟਾਰਟ ਨਹੀਂ ਕਰਦੇ, ਆਪਣੀ ਲਿਵਿੰਗ ਚੇਂਜ ਨਹੀਂ ਕਰਦੇ, ਆਪਣੀ ਫੂਡ ਡਾਈਟ ਚੇਂਜ ਨਹੀਂ ਕਰਦੇ, ਉਹਦਾ ਅਸਰ ਨਹੀਂ ਹੋਏਗਾ ਤੁਹਾਡੇ ਆਪਰੇਸ਼ਨ ਕਰਾਉਣ ਦੇ। ਅਗਰ ਤੁਸੀਂ ਸੋਚਦੇ ਵੀ ਆਪਰੇਸ਼ਨ ਕਰਾ ਕੇ ਅਸੀਂ ਬੈੱਡ 'ਤੇ ਲੇਟੇ ਰਹੀਏ, ਠੀਕ ਹੋ ਜਾਈਏ, ਇਟਸ ਗੋਨਾ ਬੀ ਵਰਸ। ਜਿਹੜੀ ਤੁਹਾਡੀ ਗੱਲ ਸਹੀ ਹੈਗੀ ਹੈ, ਪਰ ਉਹਦੇ ਵਿੱਚ ਇਹ ਵੀ ਆਪਾਂ ਨੂੰ ਖਿਆਲ ਰੱਖਣ ਦੀ ਜ਼ਰੂਰਤ ਹੈ, ਜਿੱਦਾਂ ਤੁਸੀਂ ਕਿਹਾ ਬਲਵੀਰ ਜੀ, ਕਿ ਜਦ ਕੋਈ ਵੀ ਆਪਰੇਸ਼ਨ ਹੁੰਦਾ ਤੁਹਾਡੇ ਕੋਲ ਪਹਿਲੋਂ ਜਿਹਨੇ ਤੁਹਾਨੂੰ ਸਲਾਹਣਾ ਵਾ ਉਹ ਕੰਸਲਟੈਂਟ ਆਉਂਦਾ ਵਾ, ਔਰ ਉਹਨੇ ਤੁਹਾਡੇ ਕੋਲ ਸਾਈਨ ਕਰਾਉਣੇ ਹੁੰਦੇ ਚਿੱਠੀ ਦੇ ਉੱਪਰ। ਇੱਕ ਫਾਰਮ ਹੁੰਦਾ ਜਿਹਦੇ ਉੱਪਰ ਸਾਈਨ ਕਰਾਉਂਦਾ ਵਾ। ਉਹ ਸਾਈਨ ਇਹ ਹੁੰਦੇ ਕਿ ਤੁਸੀਂ ਨਾ ਕੀ ਆ ਉਹਨਾਂ ਨੂੰ ਮਨਜ਼ੂਰੀ ਦੇ ਰਹੇ ਆ ਤੁਹਾਡਾ ਆਪਰੇਸ਼ਨ ਕਰਨ ਲਈ, ਔਰ ਉਹਦੇ 'ਚ ਆ ਵੀ ਲਿਖਿਆ ਹੁੰਦਾ ਕਿ ਇਹਦੀ 100% ਗਰੰਟੀ ਨਹੀਂ ਹੈਗੀ, ਉਹਦੇ ਵਿੱਚ ਰਿਸਕ ਹੈਗੇ ਆ। ਰਿਸਕ ਜ਼ਿਆਦਾ ਨਹੀਂ ਹੁੰਦੇ ਆਮ ਤੌਰ 'ਤੇ, ਬਟ ਉਹਨਾਂ ਦਾ ਨਾ ਕੀ ਆ ਫਰਜ਼ ਬਣਦਾ ਤੁਹਾਨੂੰ ਦੱਸਣਾ ਕਿ ਇਹਦੇ ਵਿੱਚ ਰਿਸਕ ਹੈਗੇ ਥੋੜ੍ਹੇ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹ ਰਿਸਕ ਇੱਦਾਂ ਕੱਟ ਸਕਦੇ ਆ ਕਿ ਤੁਸੀਂ ਜਿੱਦਾਂ ਤੁਸੀਂ ਕਿਹਾ ਐਕਸਰਸਾਈਜ਼ ਪਹਿਲੋਂ ਤੋਂ ਵੀ ਕਰੋ, ਉਹ ਬਾਅਦ 'ਚ ਵੀ ਕਰੋ। ਆਪਣਾ ਜਿਹੜਾ ਜ਼ਿੰਦਗੀ ਦਾ ਜਿਹੜਾ ਲਾਈਫ ਸਟਾਈਲ ਆ ਉਹ ਚੇਂਜ ਕਰਨਾ ਤੁਹਾਡੇ ਹੱਥ 'ਚ, ਡਾਕਟਰ ਦੇ ਹੱਥ 'ਚ ਨਹੀਂ। ਸੋ ਹੁਣ ਚੱਲਾਂਗੇ ਅਸੀਂ ਕਿ ਲਿਵਿੰਗ ਵਿਦ ਐਥਰਾਈਟਿਸ। ਜੇਕਰ ਅਸੀਂ ਆਪਰੇਸ਼ਨ ਨਹੀਂ ਕਰਾ ਰਹੇ, ਵੀ ਆਰ ਲਿਵਿੰਗ ਐਜ਼ ਅ ਨੋਰਮਲ ਲਾਈਫ, ਅਸੀਂ ਜੀਣਾ ਚਾਹੁੰਦੇ ਹਾਂ ਐਥਰਾਈਟਿਸ ਦੇ ਨਾਲ ਜਾਂ ਦਵਾਈਆਂ ਦੇ ਨਾਲ, ਤੇ ਕੀ ਅਸੀਂ ਅਪਣਾ ਸਕਦੇ ਹਾਂ ਜਿਹਦੇ ਨਾਲ ਅਸੀਂ ਇੱਕ ਨੋਰਮਲ ਲਾਈਫ ਐਜ਼ ਅ ਬੈਟਰ ਲਾਈਫ ਐਥਰਾਈਟਿਸ ਦੇ ਨਾਲ ਫਰੈਂਡਸ਼ਿਪ ਕਰਕੇ ਬੈਟਰਵਾਈਜ਼ ਕਰ ਸਕੀਏ। ਸੋ ਫਰਜ਼ ਕਰੋ ਕਈ ਪਹਿਲੀ ਚੀਜ਼ ਹੈਗੀ ਆ ਕਾਮਨ ਸੈਂਸ, ਕਿ ਆਪਣਾ ਦਿਮਾਗ ਵਰਤੋ। ਪਹਿਲੀ ਗੱਲ ਦਿਮਾਗ ਵਰਤਣ ਦਾ ਮਤਲਬ ਇਹ ਮੇਰਾ ਹੈਗਾ ਵਾ ਕਿ ਫਰਜ਼ ਕਰੋ ਆਪਾਂ ਨੂੰ ਨਾ ਕਿ ਜੋੜਾਂ ਦੀ ਬਿਮਾਰੀ ਆ, ਹੱਥ ਇੱਦਾਂ ਹੋਇਆ, ਇਹਦਾ ਮਤਲਬ ਤਾਂ ਸਿੱਧਾ ਹੀ ਹੈ ਕਿ ਆਪਾਂ ਬਾਕਸਿੰਗ ਨਹੀਂ ਕਰ ਸਕਦੇ ਐਕਸਰਸਾਈਜ਼। ਸੋ ਕਈ ਚੀਜ਼ਾਂ ਹੈਗੀਆਂ ਤਾਂ ਕਾਮਨ ਸੈਂਸ 'ਤੇ ਆ ਜਾਂਦੀਆਂ। ਹਾਂਜੀ, ਕਿ ਕਈ ਹੁਣ ਫਰਜ਼ ਕਰੋ ਜੇ ਸਾਡੇ ਗੋਡਿਆਂ ਵਿੱਚ ਆਰਥਰਾਈਟਿਸ, ਗੋਡੇ ਰਹਿ ਗਏ ਆ, ਉਹਨਾਂ ਦੀ ਜੋੜਾਂ ਦੀ ਬਿਮਾਰੀ ਹੈਗੀ ਆ, ਬੜੀ ਸਵੇਰ ਆ, ਆਪਾਂ ਜੋਗਿੰਗ ਨਹੀਂ ਕਰ ਸਕਦੇ। ਹਾਂਜੀ, ਬਟ ਆਪਾਂ ਸਵਿਮਿੰਗ ਬਾਥ ਦੇ ਵਿੱਚ ਬਹਿ ਕੇ ਪੂਲ ਦੇ ਵਿੱਚ ਲਾਈਟ ਐਕਸਰਸਾਈਜ਼ ਕਰ ਸਕਦੇ ਹਾਂ। ਐਕਸਰਸਾਈਜ਼ ਬਹੁਤ ਆ, ਐਡਵਾਈਸ ਬਹੁਤ ਆ। ਉਹ ਬਾਹਰ ਆਪਾਂ ਨੂੰ ਕਈ ਲੋਕ ਕਹਿੰਦੇ ਯਾਰ ਮੈਨੂੰ ਪਤਾ ਨਹੀਂ, ਮੈਂ ਕਹਿੰਦਾ ਇੰਨੀ ਐਡਵਾਈਸ, ਇੰਨਾ ਲਿਟਰੇਚਰ NHS ਦੇ ਵਿੱਚ ਪਿਆ ਵਾ ਇਸ ਵਕਤ ਹਰ ਲੈਂਗੁਏਜਾਂ ਦੇ ਵਿੱਚ, ਕਿ ਤੁਸੀਂ ਜੇ ਨਹੀਂ ਤੁਹਾਨੂੰ ਪਤਾ ਸਾਨੂੰ ਕੰਟੈਕਟ ਕਰੋ, ਬਲਵੀਰ ਜੀ ਨੂੰ ਪੁੱਛ ਲਓ। ਬਲਵੀਰ ਜੀ ਨੂੰ ਜੇ ਨਹੀਂ ਪਤਾ
ਉਹ ਸਾਨੂੰ ਪੁੱਛ ਸਕਦੀ, ਆਪਾਂ ਤੁਹਾਨੂੰ ਸਾਈਨ ਪੋਸਟ ਕਰ ਸਕਦੇ, ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਇਹ ਚੀਜ਼ ਦਾ ਖਿਆਲ ਰੱਖੋ, ਠੀਕ ਬਣਨ ਵਾਲੇ ਬਣੋ, ਠੀਕ ਤੁਸੀਂ ਹੋ ਸਕਦੇ ਹੋ। ਸੋ ਡਾਕਟਰ ਸਾਹਿਬ, ਉਹਨਾਂ ਦੇ ਬਾਰੇ ਤੁਸੀਂ ਕੀ ਦੱਸੋਗੇ ਵੀ ਜਿਨ੍ਹਾਂ ਦਾ ਐਥਰਾਈਟਿਸ ਕਾਫੀ ਹੱਦ ਤੱਕ ਵੱਧ ਚੁੱਕਾ ਹੈ ਐਂਡ ਕੰਮ ਕਰਨ 'ਚ ਉਹਨਾਂ ਨੂੰ ਨੋਰਮਲ ਇੰਪਲੋਇਮੈਂਟ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਮੁਸ਼ਕਲਾਤ ਪੇਸ਼ ਆ ਰਹੀ ਹੈ, ਉਹਨਾਂ ਦੇ ਲਈ ਕੀ ਸੁਵਿਧਾ ਹੈਗੀ ਹੈ ਜਿਹਦੇ ਨਾਲ ਉਹਨਾਂ ਨੂੰ ਹੈਲਪ ਮਿਲ ਸਕਦੀ ਹੈ ਅਗਰ ਉਹਨਾਂ ਨੂੰ ਗੰਠੀਏ ਦੀ ਸ਼ਿਕਾਇਤ ਹੈ ਐਥਰਾਈਟਿਸ ਕਰਕੇ, ਅਗਰ ਕੰਮ ਨਹੀਂ ਕਰ ਪਾ ਰਹੇ ਹੋ? ਜੇ ਤੁਹਾਨੂੰ ਮੈਡੀਕਲ ਰੀਜ਼ਨਸ ਦੇ ਪ੍ਰੋਬਲਮ ਆ ਰਹੀ ਹੈ, ਤੁਸੀਂ ਆਪਣੇ EMPLOYEE ਨਾਲ ਗੱਲ ਕਰੋ। ਤੁਹਾਨੂੰ ਅਡੈਪਸ਼ਨਸ, ਤੁਹਾਨੂੰ ਨਾ ਕਿ ਡਿਫਰੈਂਟ ਡਿਊਟੀਜ਼ ਤੁਹਾਡਾ EMPLOYEE ਦੇ ਸਕਦਾ, ਕਿਉਂਕਿ ਤੁਹਾਨੂੰ ਇਹ ਪ੍ਰੋਬਲਮ ਹੈਗੀ ਆ। ਦੂਜੇ ਪਾਸੇ ਆਰਥਰਾਈਟਿਸ, ਉਹ ਆਸਟੋਆਰਥਰਾਈਟਿਸ, ਰੂਮੇਟੋਇਡ ਆਰਥਰਾਈਟਿਸ ਵਿੱਚ ਇੱਕ ਚੀਜ਼ ਦਾ, ਦੂਜੀ ਚੀਜ਼ ਦਾ ਬਹੁਤ ਵੱਡਾ ਖਿਆਲ ਰੱਖਣਾ ਪੈਣਾ ਕਿ ਆਪਣਾ ਦਿਮਾਗ ਨੂੰ ਰੱਖੋ ਡਾਇਵਰਟ। ਜਿਹੜਾ ਤੁਹਾਡਾ ਦਿਮਾਗ ਆ ਉਹ ਆਰਥਰਾਈਟਿਸ ਵਿੱਚ ਨਹੀਂ ਹੋਣਾ ਚਾਹੀਦਾ, ਤੁਹਾਡਾ ਹੋਰ ਕਿਤੇ ਹੋਣਾ ਚਾਹੀਦਾ, ਡਾਇਵਰਟ ਹੋਣਾ ਚਾਹੀਦਾ। ਕਿਉਂਕਿ ਕਈ ਬੰਦੇ ਹੈਗੇ ਆ ਉਹ ਆਪਣਾ ਦਿਮਾਗ ਉੱਥੇ ਹੀ ਰੱਖਦੇ, ਨਹੀਂ ਯਾਰ ਮੈਂ ਠੀਕ ਨਹੀਂ, ਮੈਂ ਠੀਕ ਨਹੀਂ, ਮੈਂ ਠੀਕ ਨਹੀਂ। ਜੇ ਤੁਸੀਂ ਉਹ ਰੱਟੀ ਜਾਣਾ ਸਾਰਾ ਦਿਨ ਕਿ ਮੈਂ ਠੀਕ ਨਹੀਂ, ਤੁਸੀਂ ਠੀਕ ਨਹੀਂ ਹੋ ਸਕਦੇ। ਤੁਸੀਂ ਥੋੜ੍ਹਾ ਆਪਣਾ, ਮੈਂ ਮੰਨਦਾ ਇਟਸ ਵੈਰੀ ਹਾਰਡ, ਬਹੁਤ ਮੁਸ਼ਕਿਲ ਹੈਗਾ। ਜਿਹਨੂੰ ਨਾ ਕਿ ਬਿਮਾਰੀ ਉਹਨੂੰ ਹੀ ਪਤਾ, ਮੈਂ ਮੰਨਦਾ ਇਹ ਵੀ ਗੱਲ। ਪਰ ਜੇ ਆਪਾਂ ਜੀਣਾ ਵਾ, ਜੇ ਆਪਾਂ ਨਾ ਕਿ ਇਹ ਲਾਈਫ ਨੂੰ ਨਾ ਕਿ ਜਿਹੜੀ ਮਹਾਰਾਜ ਨੇ ਦਿੱਤੀ ਆ ਥੋੜ੍ਹੇ ਸਵਾਸ ਇਹ ਜੀਨੇ ਆ, ਤਾਂ ਕਿਉਂ ਨਾ ਆਪਾਂ ਥੋੜ੍ਹੀ ਖੁਸ਼ੀ ਨਾਲ ਜੀ ਲਈਏ। ਆਪਣੇ ਦਿਮਾਗ ਨੂੰ ਰੱਖੋ ਡਾਇਵਰਟ ਜੀ, ਸਟ੍ਰੈਸ ਫ੍ਰੀ ਐਂਡ ਉਹ ਕਰੋ ਜਿਹੜਾ ਕਿ ਬੈਟਰ ਆਪਣਾ ਕਾਮਨ ਸੈਂਸ ਜਿੱਦਾਂ ਤੁਸੀਂ ਦੱਸਿਆ ਵੀ ਯੂਜ਼ ਕਰਕੇ। ਇਸ ਤੋਂ ਇਲਾਵਾ ਡਾਕਟਰ ਸਾਹਿਬ ਇਹ ਵੀ ਹੈਗਾ ਕਿ ਅਗਰ ਜ਼ਿਆਦਾ ਪ੍ਰੋਬਲਮ ਹੋਏ ਤੇ ਦੇਰ ਇਜ਼ ਅ ਡਿਸੇਬਿਲਟੀ ਅਲਾਊਂਸ ਵਗੈਰਾ ਵੀ ਹੈਗਾ, ਉਸ ਸਟੇਜ ਤੇ ਅਗਰ ਕਿਸੇ ਨੂੰ ਜ਼ਿਆਦਾ ਲੋਡ ਹੋਏ ਤੇ ਦੇਰ ਇਜ਼ ਇਹ ਨਾ ਸੋਚਣ ਵੀ ਪਰਸਨਲ ਇੰਡੀਪੈਂਡੈਂਟ ਪੇਮੈਂਟ ਵੀ ਮਿਲਦੀ ਹੈਗੀ ਹੈ ਜਿਨ੍ਹਾਂ ਨੂੰ ਅਗਰ ਨਹੀਂ। ਕਈ ਅਲਾਊਂਸ ਹੈਗੇ ਆ, ਅਲਾਊਂਸ ਤੇ ਜਿਹੜੇ ਹੈਗੇ ਉਹ ਤੁਹਾਨੂੰ ਜਿਹਦਾ ਬੈਸਟ ਪਲੇਸ ਹੈਗਾ ਸਿਟੀਜ਼ਨ ਵਾਈਸ ਬਿਊਰੋ ਵਾਲੇ, ਜਿਹਨੂੰ ਕੈਬ ਕਹਿੰਦੇ, ਸਿਟੀਜ਼ਨ ਵਾਈਸ ਬਿਊਰੋ ਕੇ ਜਾਓ, ਉਹ ਤੁਹਾਨੂੰ ਸਾਈਨ ਪੋਸਟ ਕਰ ਸਕਦਾ ਹੈ। ਕਿਉਂਕਿ ਕਈਆਂ ਨੂੰ ਨਾ ਕੀ ਆ ਕੋਈ ਬੈਨੀਫਿਟ ਮਿਲ ਸਕਦਾ, ਕਈਆਂ ਨੂੰ ਕੋਈ ਮਿਲ ਸਕਦਾ, ਕਈਆਂ ਨੂੰ ਨਹੀਂ ਮਿਲ ਸਕਦਾ, ਕਈਆਂ ਨੂੰ ਮਿਲ ਸਕਦਾ। ਉਹ ਅਸੈਸਮੈਂਟ ਤੇ ਹੁੰਦਾ ਵਾ, ਹਾਂਜੀ, ਐਂਡ ਡਿਪੈਂਡ ਕਰਦਾ ਤੁਹਾਡੀ ਸਵੇਰਿਟੀ ਕੀ ਆ, ਉਹ ਤੁਹਾਨੂੰ ਨਾ ਕੀ ਹੈ, ਤੁਹਾਡਾ ਜੋਬ ਕੀ ਆ, ਤੁਹਾਨੂੰ ਕੀ ਰੁਕਟਾਂ ਆ ਰਹੀਆਂ ਜੋਬ ਕਰਨ ਦੇ ਵਿੱਚ, ਉਹ ਤੁਹਾਨੂੰ ਕੀ ਨਾ ਕੀ ਆ ਬੈਨੀਫਿਟ ਪ੍ਰੋਬਲਮ ਆ ਰਹੀ ਆ ਫਾਈਨੈਂਸ਼ਲੀ। ਇਸ ਤੋਂ ਇਲਾਵਾ ਕਈ ਇਕਵਿਪਮੈਂਟ ਵੀ ਸਪੈਸ਼ਲ ਜਿਹੜੀ ਹੈਗੀ ਉਹਨਾਂ ਕੋਲ ਹੁੰਦੀ ਹੈ, ਸਪੈਸ਼ਲ ਹਾਈ ਚੇਅਰ, ਲੋਅਰ ਜਾਂ ਫਿਰ ਜਿੱਦਾਂ ਟਿਨ ਓਪਨਰਸ ਵਗੈਰਾ ਕਈ ਨਹੀਂ ਖੋਲ ਸਕਦੇ। ਸੋ ਸਾਡੇ ਨਾਲ ਕੀ ਆ ਇੱਥੇ ਵੈਸਟਪਿਲਸ ਵੀ ਹੋਣਾ ਵਾ, ਉਹ ਲਿਵਿੰਗ ਹੈਲਥ ਲਿਵਿੰਗ ਵਾਲੇ ਹੁੰਦੇ ਆ, ਸਾਡੇ ਟੈਲਫਿਡ ਲਿਵਿੰਗ ਟੈਲਫਿਡ ਕਹਿੰਦੇ ਉਹਨੂੰ। ਜਿਹਦੇ ਨਾਲ ਕਿ ਫਰਜ਼ ਕਰੋ ਤੁਸੀਂ ਹਸਪਤਾਲ ਦੇ ਵਿੱਚ there's a department, equipment department, ਮੈਨੂੰ ਇੱਥੇ ਦਾ ਨਾਂ ਨਹੀਂ ਪਤਾ ਕਿ ਇੱਥੇ ਇਹਨੂੰ ਕੀ ਕਹਿੰਦੇ ਵੈਸਟਪਿਲਸ ਦੇ ਵਿੱਚ, ਬਟ ਡਿਪਾਰਟਮੈਂਟਸ ਹੈਗੀਆਂ ਜਿਹੜੀਆਂ ਤੁਹਾਨੂੰ ਡਾਇਰੈਕਟ ਕਰਦੀਆਂ ਵਾ। ਦੁਕਾਨਾਂ ਵੀ ਹੈਗੀਆਂ ਇੱਥੇ ਜਿਹੜੀਆਂ ਤੁਹਾਨੂੰ ਸਪੋਰਟ ਕਰਦੀਆਂ ਵਾ ਕਿ ਤੁਹਾਡੀ ਡਿਸੇਬਿਲਟੀ ਕੀ ਆ। ਮੈਂ ਨਹੀਂ ਕਹਿੰਦਾ ਡਿਸੇਬਲਡ, ਇਹਨੂੰ ਡਿਸੇਬਿਲਟੀ ਦਾ ਨਾਂ ਵੀ ਕਿਹਾ ਜਾਂਦਾ, ਕਿਉਂਕਿ ਜੇ ਫਰਜ਼ ਕਰੋ ਤੁਹਾਡਾ ਨਾ ਕਿ ਸੱਜਾ ਹੱਥ ਇਹ ਨਾ ਕੀ ਨਹੀਂ ਚੱਲਦਾ ਪਿਆ, ਤੁਹਾਨੂੰ ਸਪੋਰਟ ਚਾਹੀਦੀ ਆ, ਜਾਂ ਤੁਹਾਨੂੰ ਟਿਨ ਓਪਨ ਇੱਦਾਂ ਦਾ ਚਾਹੀਦਾ, ਜਾਂ ਤੁਹਾਨੂੰ ਨਾ ਕੀ ਆ ਹੈਂਡਲ ਇੱਦਾਂ ਦਾ ਚਾਹੀਦਾ। ਸਟੇਅਰ ਕੇਸ 'ਤੇ ਵੀ ਕਈਆਂ ਨੇ ਹੈਂਡਲ ਇੱਦਾਂ ਦੇ ਲਵਾਏ ਆ ਸਟੇਅਰ ਕੇਸ 'ਤੇ, ਜਾਂ ਆਪਣੇ ਡੋਰਾਂ 'ਤੇ ਇੱਦਾਂ ਦੇ ਹੈਂਡਲ ਲਵਾਏ ਆ ਕਿ ਉਹਨਾਂ ਦੀ ਆਰਥਰਾਈਟਿਸ ਦੇ ਹਿਸਾਬ ਨਾਲ ਉਹ ਆਪਣੇ ਡੋਰ ਦੇ ਹੈਂਡਲ ਖੋਲ੍ਹਣ। ਸੋ ਅਡੈਪਸ਼ਨਸ ਕਈ ਹੈਗੀਆਂ ਵਾ, ਪਰ ਅਡੈਪਸ਼ਨਸ ਆਉਂਦੀਆਂ ਵਾ ਤੁਹਾਡੀ ਡਿਸੇਬਿਲਟੀ ਦੇ ਹਿਸਾਬ ਨਾਲ। ਹਾਂਜੀ, ਇਸ ਤੋਂ ਇਲਾਵਾ ਜਿਹੜਾ DVL ਵਾਲੇ ਹੈਗੇ ਆਪਣੇ ਡਰਾਈਵਿੰਗ ਜਿਹੜੇ ਹੈਗੇ ਆ, ਉਹਨਾਂ ਨੂੰ ਵੀ ਦੱਸਣਾ ਜ਼ਰੂਰੀ ਹੁੰਦਾ ਹੈਗਾ। ਯੈਸ, ਕਿਉਂਕਿ ਜੇ ਤੁਹਾਨੂੰ ਨਾ ਕੀ ਹੈ ਕੋਈ ਇੱਦਾਂ ਦੀ ਆ ਗਈ ਹੈ ਪ੍ਰੋਬਲਮ, ਤੁਹਾਨੂੰ ਨਾ ਕੀ ਤੁਸੀਂ ਆਪਣੇ ਆਪ ਨੂੰ ਵੀ ਖਤਰੇ 'ਚ ਪਾ ਰਹੇ ਆ, ਉਹ ਤੁਸੀਂ ਦੂਜਿਆਂ ਨੂੰ ਖਤਰੇ 'ਚ ਵੀ ਪਾ ਰਹੇ ਆ। ਕਿ ਜੇ ਤੁਹਾਡੀ ਡਿਸੇਬਿਲਟੀ ਦੇ ਹਿਸਾਬ ਨਾਲ ਤੁਹਾਨੂੰ ਨੋਰਮਲ ਅਨਅਡੈਪਟਡ ਗੱਡੀ ਨਹੀਂ ਚਲਾ ਸਕਦੇ ਔਰ ਤੁਸੀਂ ਚਲਾਉਣ ਨੂੰ ਜਾ ਰਹੇ ਆ ਔਰ ਤੁਹਾਡਾ ਨਾ ਕੀ ਐਕਸੀਡੈਂਟ ਹੋ ਜਾਂਦਾ ਵਾ, ਤੁਸੀਂ ਆਪ ਹੀ ਆਪਣੇ ਆਪ ਨੂੰ ਖਤਰੇ 'ਚ ਪਾਤਾ, ਉਹ ਦੂਜੇ ਨੂੰ ਵੀ ਖਤਰੇ 'ਚ ਪਾਤਾ। ਸੋ ਬੜਾ ਜ਼ਰੂਰੀ ਹੁੰਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਇਲਨੈਸ ਆਈ ਆ, ਆਪਣੇ ਨਾ ਕਿ DVLA ਨੂੰ ਫੋਨ ਕਰਨਾ। ਆਮ ਤੌਰ 'ਤੇ ਤੁਹਾਡੇ ਡਾਕਟਰਸ ਦੱਸ ਦਿੰਦੇ ਆ ਤੁਹਾਡੇ ਕੰਸੈਂਟ ਨਾਲ, ਪਰ ਤੁਹਾਡਾ ਵੀ ਫਰਜ਼ ਬਣਦਾ ਵਾ ਡਿਪੈਂਡਿੰਗ ਔਨ ਤੁਹਾਡੀ ਸਵੇਰਿਟੀ ਕੀ ਹੈਗੀ ਆ ਡਿਸੇਬਿਲਟੀ ਦੀ। ਅਗੇਨ ਆਪਣੇ ਡਾਕਟਰ ਨੂੰ ਤੁਸੀਂ ਜੋ ਪੁੱਛੋ ਕਿ ਮੈਨੂੰ ਨਾ ਕਿ ਇਹ ਮੇਰੀ ਜਿਹੜੀ ਪ੍ਰੋਬਲਮ ਆਈ ਹੈ ਕਿੰਨੀ ਸਵੇਰ ਆ, ਉਹਦੇ ਹਿਸਾਬ ਨਾਲ ਫਿਰ ਤੁਹਾਨੂੰ DVLA ਨੂੰ ਇਨਫੋਰਮ ਕਰਨਾ ਚਾਹੀਦਾ। ਐਂਡ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਸਾਡੀ ਡਰਾਈਵਿੰਗ ਰੁਕ ਜਾਏਗੀ, ਸਗੋਂ DVL ਵਾਲੇ ਜਿਹੜੇ ਹੈਗੇ ਤੁਹਾਨੂੰ ਪ੍ਰੋਵਾਈਡ ਕਰਦੇ ਮੋਰ ਜਿਹੜੀ ਕਾਰਾਂ ਜਿਹੜੀਆਂ ਹੈਗੀਆਂ ਉਹਦੇ 'ਚ ਰਾਈਟ ਇਕਵਿਪਮੈਂਟ ਜਿਹੜੀ ਕਿ ਤੁਸੀਂ ਯੂਜ਼ ਕਰਕੇ ਆਪਣੀ ਨੋਰਮਲੀ ਲਿਵਿੰਗ ਜਿਹੜੀ ਹੈਗੀ ਹੈ ਨੋਰਮਲ ਵੇਸ ਤੁਸੀਂ ਆਪਣੀ ਡਰਾਈਵਿੰਗ ਕਰ ਸਕੋ। ਸੋ ਸਟਾਪ ਨਹੀਂ ਕਰਦੇ, ਸਗੋਂ ਤੁਹਾਡੀ ਹੈਲਪ ਕਰਦੇ ਤਾਂ ਕਿ ਈਜ਼ੀ ਵੇਅਰ ਤੁਸੀਂ ਆਪਣੀ ਜਿਹੜੀ ਲਿਵਿੰਗ ਹੈ ਰਹਿ ਸਕੋ। ਇਸ ਤੋਂ ਇਲਾਵਾ ਜਿਹੜਾ ਹੈਗਾ ਬਲੂ ਬੈਜ ਵੀ ਅਵੇਲੇਬਲ ਹੈ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਲੱਤਾਂ ਦੇ ਵਿੱਚ ਜਾਂ ਵੋਕ ਨਹੀਂ ਕਰ ਪਾਉਂਦੇ ਐਥੋਰਾਈਟਿਸ
ਦੀ ਵਜ੍ਹਾ ਦੇ ਨਾਲ ਤੇ ਉਹਨਾਂ ਨੂੰ ਬਲੂ ਬੈਜ ਜਿਹੜਾ ਹੈਗਾ ਉਹ ਵੀ ਪ੍ਰੋਵਾਈਡ ਕੀਤਾ ਜਾਂਦਾ ਡਿਪੈਂਡਿੰਗ ਔਨ ਯੂਰ ਸਰਕਮਸਟੈਂਸ ਐਂਡ ਜਦੋਂ ਆਬਜ਼ਰਵ ਕਰਦੇ ਆ ਵੀ ਹਾਂ ਤੁਹਾਨੂੰ ਵਾਕਈ ਤੁਸੀਂ ਨਹੀਂ ਤੁਰ ਸਕਦੇ ਕਿਉਂਕਿ ਹਰੇਕ ਚੀਜ਼ ਦਾ ਕਈ ਜਿੱਥੇ ਚੰਗੇ ਕੰਮ ਨੇ ਕਈ ਵਾਰੀ ਲੋਕੀ ਉਹਦਾ ਵੀ ਯੂਜ਼ ਕਰਦੇ ਕਿ ਸੋ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਵੇਖਦੇ ਹੋਏ ਯੂ ਕੈਨ ਗੈਟ ਬਲੂ ਬੈਜ ਇਸ ਵੈਲ ਜਿਹਦੇ ਨਾਲ ਕਾਫੀ ਤੁਸੀਂ ਜਦੋਂ ਸ਼ਾਪਿੰਗ ਵਗੈਰਾ ਜਾਂਦੇ ਹੈਗੇ ਤੇ ਨੀਅਰੈਸਟ ਤੁਸੀਂ ਪਾਰਕ ਕਰ ਸਕਦੇ ਹੋ ਆਪਣੀ ਸ਼ਾਪਿੰਗ ਕਰਨ ਲਈ ਵੀ ਸੋ ਦੇਰ ਇਜ਼ ਲੋਟਸ ਆਫ ਥਿੰਗਸ ਜਿਹੜੀਆਂ ਤੁਹਾਨੂੰ ਅਡਾਪਟ ਕਰਕੇ ਤੁਸੀਂ ਜਿਹੜੀ ਆਪਣੀ ਲਿਵਿੰਗ ਵਿਦ ਐਥਰਾਈਟਿਸ ਆਪਣੇ ਆਪ ਮਦਦ ਕਰ ਸਕਦੇ ਹੋ ਆਪਣੀ ਵੀ ਤੇ ਦੂਸਰਿਆਂ ਦੀ ਵੀ ਤੇ ਇਸ ਤੋਂ ਇਲਾਵਾ ਹੁਣ ਥੋੜੀ ਜਿਹੀ ਹੈਲਥੀ ਈਟਿੰਗ ਦੇ ਬਾਰੇ ਅਸੀਂ ਗੱਲ ਕਰਾਂਗੇ ਥੋੜਾ ਜਿਹਾ ਟਾਈਮ ਰਹਿ ਗਿਆ ਵੀ ਗੋ ਅਬਾਊਟ 5 ਮਿੰਟਸ ਤੇ ਹੈਲਥੀ ਈਟਿੰਗ ਜਿਹੜੀ ਹੈਗੀ ਹੈ ਵੈਲ ਬੈਲੈਂਸਡ ਡਾਈਟ ਜਿਹਨੂੰ ਅਸੀਂ ਕਹਿੰਦੇ ਆ ਕਈ ਵਾਰੀ ਇਹ ਹੁੰਦਾ ਵੀ ਸਰਟਨ ਪੀਪਲ ਸਾਨੂੰ ਦੱਸ ਦਿੰਦੇ ਵੀ ਐਥਰਾਈਟਿਸ 'ਚ ਇਹ ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਖਾਣੀਆਂ ਤੇ ਇਹ ਖਾਣੀਆਂ ਜਿਹਦੇ ਨਾਲ 'ਚ ਫਾਇਦਾ ਹੋਏਗਾ ਤੁਸੀਂ ਕੀ ਕਹੋਗੇ ਤੇ ਬਾਰੇ ਦੇਖੋ ਜੀ ਗੱਲ ਇਹ ਹੈਗੀ ਹੈ ਕਈਆਂ ਨੂੰ ਨਾ ਕਿ ਕਈ ਚੀਜ਼ਾਂ ਮਾਫਕ ਬਹਿੰਦੀਆਂ ਕਈਆਂ ਨੂੰ ਨਹੀਂ ਬਹਿੰਦੀਆਂ ਸੋ ਆਪਣਾ ਐਲਰਜੀ ਟੈਸਟ ਕਰਾ ਲਓ ਮੈਂ ਤਾਂ ਇਹ ਕਹੂੰਗਾ ਤੁਹਾਨੂੰ ਜੇ ਤੁਹਾਡਾ ਐਲਰਜੀ ਵੈਸੇ ਤਾਂ ਆਮ ਤੌਰ 'ਤੇ ਹਰ ਬੰਦੇ ਨੂੰ ਆਪਣਾ ਐਲਰਜੀ ਟੈਸਟ ਕਰਾਉਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਕਿ ਤੁਹਾਨੂੰ ਫਿਰ ਪਤਾ ਹੁੰਦਾ ਤੁਹਾਡੀ ਐਲਰਜੀਜ਼ ਕੀ ਹੈਗੀਆਂ ਕੀ ਨਹੀਂ ਹੈਗੀਆਂ ਆਰਥਰਾਈਟਿਸ ਦੇ ਵਿੱਚ ਜਿਹੜੇ ਨਾਲ ਕੀ ਫੈਕਟ ਸ਼ੀਟਸ ਹੈਗੀਆਂ ਨਾ ਉਹ 'ਚ ਲਿਖਿਆ ਹੁੰਦਾ ਮੇਨ ਚੀਜ਼ ਮੇਰੇ ਹਿਸਾਬ ਨਾਲ ਹੈਗਾ ਵਾ ਕਿ ਤੁਹਾਡਾ ਵੇਟ ਤੁਸੀਂ ਜੇ ਹੈਲਥੀ ਜਿਹੜੇ ਸੈਲਡਸ ਫਰੂਟਸ ਹੈਗੇ ਆ ਉਹ ਖਾਓ ਆਪਣੀਆਂ ਨਾ ਕਿ ਫਰੈਸ਼ ਸਬਜ਼ੀਆਂ ਖਾਓ ਜਿਹੜੇ ਨਾ ਕਿ ਫੈਟੀ ਫੂਡ ਹੈਗੇ ਆ ਟੇਕਅਵੇਸ ਹੈਗੇ ਆ ਤੇਲੀਆਂ ਚੀਜ਼ਾਂ ਹੈਗੀਆਂ ਉਹ ਨਾ ਖਾਓ ਕਈਆਂ ਨੂੰ ਨਾ ਕਿ ਠੰਡੀਆਂ ਚੀਜ਼ਾਂ ਨਹੀਂ ਮਾਫਕ ਪੈਂਦੀਆਂ ਆਰਥਰਾਈਟਿਸ ਦੇ ਵਿੱਚ ਕਈਆਂ ਨੂੰ ਗਰਮ ਚੀਜ਼ਾਂ ਨਹੀਂ ਪੈਂਦੀਆਂ ਮਾਫਕ ਆਰਥਰਾਈਟਿਸ ਹਰ ਬੋਡੀ ਡਿਫਰੈਂਟ ਹੈਗੀ ਪਰ ਠੰਡੀਆਂ ਚੀਜ਼ਾਂ ਖਾਸ ਕਰਕੇ ਨਹੀਂ ਮਾਫਕ ਪੈਂਦੀਆਂ ਸੋ ਐਕਚੁਅਲੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਵੀ ਆਪਣੀ ਡਾਇਰੀ ਬਣਾ ਲਓ ਤੇ ਦੇਖੋ ਵੀ ਕਿਹੜਾ ਫੂਡ ਤੁਹਾਡੇ ਲਈ ਬੈਟਰ ਹੈਗਾ ਅਗਰ ਤੁਹਾਨੂੰ ਲੱਗਦਾ ਵੀ ਤੁਹਾਡਾ ਐਥਰਾਈਟਿਸ ਫਲੇਅਰ ਅਪ ਹੋ ਜਾਂਦਾ ਉਸ ਚੀਜ਼ ਨੂੰ ਖਾਣ ਤੋਂ ਬਾਅਦ ਤੇ ਤੁਸੀਂ ਉਹਨੂੰ ਅਵੋਇਡ ਕਰੋ ਸੋ ਵਾਚ ਯੋਰਸੈਲਫ ਐਂਡ ਉਹਦੇ ਤੋਂ ਹੀ ਤੁਸੀਂ ਆਪਣੀ ਡਾਈਟ ਬਣਾ ਸਕਦੇ ਵੀ ਇਹ ਚੀਜ਼ ਖਾਣ ਦੇ ਨਾਲ ਮੈਨੂੰ ਫਾਇਦਾ ਹੋਇਆ ਤੇ ਅਗਰ ਮੈਂ ਅਵੋਇਡ ਕਰਦਾ ਤੇ ਮੇਰੀ ਐਥਰਾਈਟਿਸ ਜਿਹੜੀ ਹੈ ਫਲੇਅਰ ਅਪ ਨਹੀਂ ਹੁੰਦੀ ਮੈਨੂੰ ਬਲਵੀਰ ਜੀ ਤੁਹਾਡੇ ਗੱਲ 'ਚੋਂ ਗੱਲ ਆਉਂਦੀ ਹੈ ਸਭ ਤੋਂ ਵੱਡਾ ਡਾਕਟਰ ਹੀ ਬੰਦਾ ਆਪ ਆ ਜੇ ਤੁਸੀਂ ਆਪਣੇ ਆਪ ਦੀ ਚੈਕਿੰਗ ਕਰਨ ਲੱਗ ਪਏ ਨਾ ਆਪਾਂ ਹੁਣ ਜੇ ਸਾਡੇ ਨਾਲ ਕਿ ਥੋੜ੍ਹੀ ਚੁੰਡੀ ਵੀ ਕੋਈ ਵੱਜਦਾ ਸਾਨੂੰ ਦੁੱਖ ਲੱਗਦਾ ਸੋ ਅਸੀਂ ਉਹ ਚੁੰਡੀ ਤੋਂ ਡਰਦੇ ਹਾਂ ਵੱਡੀ ਬਿਮਾਰੀਆਂ ਤੋਂ ਵੀ ਡਰਨਾ ਚਾਹੀਦਾ ਜੇ ਆਪਾਂ ਆਪਣੇ ਆਪ ਦੀ ਸਿਹਤ ਦੇ ਜੇ ਆਪਾਂ ਆਪਣੇ ਆਪ ਦੇ ਨਾਲ ਕੀ ਆ ਇਹ ਬੋਡੀ 'ਤੇ ਆਪਾਂ ਆਪਣੇ ਆਪ 'ਤੇ ਖਿਆਲ ਰੱਖਣਾ ਪਈ ਜਿੱਦਾਂ ਤੁਸੀਂ ਕਿ ਡਾਇਰੀ ਬਣਾ ਲਓ ਫਿਰ ਤਾਂ ਨਾ ਕੀ ਆ ਆਰਥਰਾਈਟਿਸ ਕੀ ਕੋਈ ਵੀ ਬਿਮਾਰੀ ਸਾਡੇ ਲਾਗੇ ਨਹੀਂ ਆ ਸਕਦੀ ਸ਼ੋਰਟ ਟਰਮ ਲੌਂਗ ਟਰਮ 'ਤੇ ਨਾ ਕੀ ਉਮਰ ਦੇ ਹਿਸਾਬ ਨਾਲ ਪਾਰਟ ਤਾਂ ਖਰਾਬ ਹੋਣ ਲੱਗ ਪੈਂਦਾ ਹਾਂਜੀ ਇਹ ਤਾਂ ਹੈਗਾ ਇਸ ਪਾਰਟ ਆਫ ਲਾਈਫ ਵੇਅਰ ਐਂਡ ਟੇਅਰ ਵੀ ਆਲ ਗੈਟ ਇਟ ਸੋ ਡਾਕਟਰ ਸਾਹਿਬ ਥੋੜੀ ਜਿਹੀ ਐਕਸਰਸਾਈਜ਼ ਜਿਹੜੀ ਹੈਗੀ ਹੈ ਉਹ ਕਿੰਨੀ ਕੁ ਜ਼ਰੂਰੀ ਹੈਗੀ ਹੈ ਜਿਨ੍ਹਾਂ ਨੂੰ ਐਥਰਾਈਟਿਸ ਹੋਏ ਕਈ ਵਾਰੀ ਕਹਿੰਦੇ ਵੀ ਅਸੀਂ ਸਾਨੂੰ ਐਥਰਾਈਟਿਸ ਹੈ ਅਸੀਂ ਮੂਵ ਨਹੀਂ ਹੋ ਸਕਦੇ ਬਿਕੋਜ਼ ਵੈਨ ਵੀ ਮੂਵ ਸਾਨੂੰ ਪੇਨ ਹੋਣੀ ਚਾਲੂ ਹੋ ਜਾਂਦੀ ਹੈ ਉਸ ਸਵੇਰਟੀ ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਸਵੇਰ ਆਰਥਰਾਈਟਿਸ ਆ ਉਹਦੇ ਹਿਸਾਬ ਨਾਲ ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕਿੰਨੀ ਕਰਨੀ ਚਾਹੀਦੀ ਉਹ ਡਿਫਰੈਂਟ ਹੁੰਦੀ ਹੈ ਕਈਆਂ ਨੂੰ ਜਿੱਦਾਂ ਤੁਸੀਂ ਕਿਹਾ ਕਈਆਂ ਨੂੰ ਸਵੇਰ ਆ ਉਹਨਾਂ ਨੂੰ ਐਕਸਰਸਾਈਜ਼ ਡਿਫਰੈਂਟ ਹੋਊਗੀ ਪਰ ਥੋੜ੍ਹੇ ਟਾਈਮ ਲਈ ਹੋਊਗੀ ਕਈਆਂ ਨੂੰ ਮਾਈਲਡ ਆ ਉਹਨਾਂ ਦੀ ਐਕਸਰਸਾਈਜ਼ ਡਿਫਰੈਂਟ ਹੋਊਗੀ ਪਰ ਥੋੜ੍ਹੀ ਜ਼ਿਆਦਾ ਟਾਈਮ ਲਈ ਹੋਊਗੀ ਕਈਆਂ ਨੂੰ ਬਿਲਕੁਲ ਹੀ ਟੁਚਿੰਗ ਥੋੜ੍ਹੀ ਹੈਗੀ ਬਿਲਕੁਲ ਥੋੜ੍ਹੀ ਹੈਗੀ ਹੈ ਉਹਨਾਂ ਦੀ ਐਕਸਰਸਾਈਜ਼ ਥੋੜ੍ਹੀ ਜ਼ਿਆਦਾ ਹੋਊਗੀ ਬਟ ਉਹ ਵੀ ਡਿਫਰੈਂਟ ਟਾਈਪ ਦੀ ਹੋਊਗੀ ਸੋ ਡਿਪੈਂਡਿੰਗ ਔਨ ਤੁਹਾਡਾ ਲੈਵਲ ਕਿੱਥੇ ਤੱਕ ਤੁਸੀਂ ਪਹੁੰਚੇ ਆਰਥਰਾਈਟਿਸ ਔਰ ਰਿਊਮੇਟੋਇਡ ਦੇ ਵਿੱਚ ਉਹ ਹਿਸਾਬ ਨਾਲ ਤੁਹਾਨੂੰ ਐਕਸਰਸਾਈਜ਼ ਹੋਊਗੀ ਉਹ ਡਿਫਰੈਂਟ ਹੋਊਗੀ ਜਿੱਥੇ ਤੁਹਾਨੂੰ ਪੇਨ ਨਾ ਮਿਲੇ ਸਕੂਨ ਮਿਲੇ ਲੌਂਗ ਟਰਮ ਸੋ ਦੈਟਸ ਅ ਵੈਰੀ ਗੁੱਡ ਵਨ ਇਜ਼ ਵੈਲ ਐਕਸਰਸਾਈਜ਼ ਕਰੋ ਪਰ ਜਿਹੜੀ ਲਿਮਿਟਡ ਦੇ ਹਿਸਾਬ ਦੇ ਨਾਲ ਤੁਹਾਨੂੰ ਕਿੰਨੀ ਤੁਹਾਡੀ ਬਿਮਾਰੀ ਦੇ ਹਿਸਾਬ ਨਾਲ ਹੋਣੀ ਚਾਹੀਦੀ ਸੋ ਹੁਣ ਥੋੜ੍ਹਾ ਜਿਹਾ ਗੱਲਬਾਤ ਕਰਾਂਗੇ ਜੁਆਇੰਟ ਕੇਅਰ ਸੋ ਜਿਨ੍ਹਾਂ ਨੂੰ ਐਥਰਾਈਟਿਸ ਹੈ ਉਹਨਾਂ ਨੂੰ ਆਪਣੀ ਜਿਹੜੀ ਜੁਆਇੰਟਸ ਨੇ ਉਹਨਾਂ ਦਾ ਖਿਆਲ ਕਿਸ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਦੇਖੋ ਜੀ ਹੁਣ ਨਾ ਕੀ ਆ ਕਿਸੇ ਨੂੰ ਜੋੜਾਂ ਦੀ ਬਿਮਾਰੀ ਆ ਆਪਾਂ ਉਹਨੂੰ ਨਾ ਕੀ ਅਫਰਾਦੀ ਬੋਤਲ ਵੀ ਆ ਖੋਲੀ ਜ਼ੋਰ ਲਾ ਕੇ ਉਹ ਖੋਲ ਤਾਂ ਨਹੀਂ ਸਕਦੇ ਸੋ ਜੁਆਇੰਟ ਸੋ ਉਹ ਕੰਮ ਕਰੀਏ ਆਪਾਂ ਜਿਹੜੇ ਵੀ ਜੁਆਇੰਟ ਦੀ ਪ੍ਰੋਬਲਮ ਆ ਉਹ ਕੰਮ ਕਰੋ ਜੇ ਤੁਹਾਡੇ ਜੁਆਇੰਟ ਅਲਾਉ ਕਰਦੇ ਆ ਆਪਾਂ ਉਹ ਕੰਮ ਨਹੀਂ ਕਰ ਸਕਦੇ ਪਹਿਲਾਂ ਕਰਦੇ ਸੀਗੇ ਜੁਆਇੰਟ ਵਾਲਿਆਂ ਨੂੰ ਨਾ ਕੀ ਆ ਜੇ ਸਮਾਨ ਵੀ ਚੱਕਣਾ ਹਿਸਾਬ ਨਾਲ ਚੱਕੋ ਓਨਾ ਹੈਵੀ ਨਾ ਚੱਕੋ ਜੁਆਇੰਟ ਵਾਲਿਆਂ ਨੇ ਆ ਵੀ ਖਿਆਲ ਰੱਖਣਾ ਪੈਂਦਾ ਵਾ ਕਿ ਆਪਾਂ ਨਾ ਕੀ ਕਿਸੇ ਨੂੰ ਜੋੜਾਂ ਦੀ ਬਿਮਾਰੀ ਆ ਆਪਾਂ ਸਿੱਧਾ ਜਾ ਕੇ ਹੱਥ ਨਹੀਂ ਮਿਲਾ ਸਕਦੇ ਆਪਾਂ ਨਾ ਕਿ ਲਾਈਲੀ ਮਿਲਾਓ ਹੱਥ ਹੀ ਮਿਲਾਣਾ ਵੈਸੇ ਹੱਥ ਮਿਲਾ ਲਓ ਸਤਿ ਸ਼੍ਰੀ ਅਕਾਲ ਕਰ ਦਿਓ ਨਮਸਤੇ ਕਰ ਦਿਓ ਮੈਂ ਕਹਿੰਦਾ ਹਾਂ ਹੱਥ ਹੀ ਜੋੜ ਦਿਓ ਕਈਆਂ ਨੂੰ ਹੁੰਦਾ ਜਾਂਦਾ ਮੈਂ ਹੱਥ ਨਹੀਂ ਮਿਲਾਉਂਦਾ ਗੱਲ ਨਹੀਂ ਬਣਦੀ ਹਾਂਜੀ ਉਹ ਵੀ ਪ੍ਰੋਬਲਮ ਜੇ ਆਹੀ ਗੱਲ ਆ ਤੁਸੀਂ ਟੈਪ ਕਰ ਦਿਓ ਰਿਸਪੈਕਟ ਹੀ ਦੇਣੀ ਹੈ ਹਾਂਜੀ ਇਹ ਆਪਾਂ ਕਿਸ ਨਾਲ ਮੇਰੀ ਲਾਸਟ ਵੀਕ ਹੋਈ ਸੀਗੀ ਐਂਡ ਉਹ ਕਹਿੰਦੀ ਮੈਂ ਆਸ਼ੀਰਵਾਦ ਦੇਣਾ ਸਿਆਣੀ ਸੀਗੀ ਲੇਡੀ ਐਂਡ
ਉਹ ਕਹਿੰਦੀ ਮੈਂ ਤੈਨੂੰ ਆਸ਼ੀਰਵਾਦ ਦੇਣਾ, वो मेरे हथ नहीं, मैं अपना सिर रखता ਉਹਦੇ ਹੱਥ ਦੇ ਵਿੱਚ ਹੀ, ਐਂਡ ਮੈਂ ਕਿਹਾ ਤੂੰ ਮੈਨੂੰ ਆਸ਼ੀਰਵਾਦ ਦੇ ਦਿੱਤਾ। ਸੋ ਆਪ ਅਡੈਪਟ ਹੋ ਜਾਓ, ਤੇ ਆਪਾਂ ਦੂਜਿਆਂ ਨੂੰ ਕਹਿੰਦੇ ਅਡੈਪਟ ਹੋ, ਆਪਾਂ ਨੂੰ ਵੀ ਅਡੈਪਟ ਹੋਣਾ ਪੈਣਾ। ਸੋ ਇਸ ਬੋਥ ਸਾਈਡ ਹੈ ਨਾ, ਜਿੱਦਾਂ ਸਾਨੂੰ ਵੀ ਸਮਝਣਾ ਚਾਹੀਦਾ ਤੇ ਜਿਨ੍ਹਾਂ ਨੂੰ ਹੈ ਕੱਲੇ ਉਹਨਾਂ ਨੂੰ ਪੇਸ਼ੈਂਟ ਲਈ ਨਹੀਂ ਹੈਗੀ, ਆਮ ਬੰਦੇ ਲਈ ਵੀ ਹੈਗਾ ਵਾ ਕਿ ਉਹ ਪੇਸ਼ੈਂਟ ਜੋ ਪ੍ਰੋਬਲਮ ਹੈਗੀ ਆਪਾਂ ਅਡੈਪਟ ਹੋਈਏ। ਥੋੜਾ ਜਿਹਾ ਆਈ ਥਿੰਕ ਆਪਣੀ ਕਮਿਊਨਿਟੀ ਦੇ ਵਿੱਚ ਕਹਿ ਲਓ ਜਾਂ ਘਰਾਂ ਦੇ ਵਿੱਚ ਵੀ ਸੀ ਹੈ ਨਾ, ਕਿਸੇ ਨਾ ਕਿਸੇ ਨੂੰ ਐਥਰਾਈਟਿਸ ਦੀ ਸ਼ਿਕਾਇਤ ਤਾਂ ਹੁੰਦੀ ਹੈ, ਤੇ ਬਟ ਕਈ ਵਾਰੀ ਅਸੀਂ ਕੁਝ ਇਹੋ ਜਿਹੇ ਵਰਡਸ ਯੂਜ਼ ਕਰਦੇ ਆ ਜਿਹੜੇ ਸਾਨੂੰ ਨਹੀਂ ਫੈਮਿਲੀ ਦੇ ਵਿੱਚ ਯੂਜ਼ ਕਰਨੇ ਚਾਹੀਦੇ, ਉਹ ਉਹਨਾਂ ਨੂੰ ਹਰਟ ਵੀ ਕਰਦੇ ਆ। ਐਂਡ ਜਵਾਨ ਇਦਾਂ ਦੀ ਚੀਜ਼ ਆ, ਇਹ 'ਚ ਜਿੰਨਾ ਮਠਿਆਸ ਰੱਖੋਗੇ ਉਹ ਮਠਿਆਸ ਨਿਕਲਣੀ ਆ, ਉਹ ਬੰਦੇ ਨੂੰ ਅੱਧਾ ਬਿਮਾਰੀ ਬੰਦੇ ਦੇ ਮੂੰਹ 'ਚੋਂ ਜੋ ਗੱਲ ਨਿਕਲੀ ਨਾ ਠੀਕ ਹੋ ਜਾਂਦੀ ਹੈ। ਲਾਸਟ ਆਫ ਆਲ ਅਸੀਂ ਸਾਡੇ ਕੋਲ ਜਿਹੜਾ ਵੀਡੀਓ ਹੈ ਇੱਕ ਉਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਵਾਂਗੇ ਕਿ ਜੋ ਕਿ ਸਾਨੂੰ ਨੈਸ਼ਨਲ ਰੈਮੇਥਾਇਡ ਐਥਰਾਈਟਿਸ ਸੁਸਾਇਟੀ ਵੱਲੋਂ 6 ਮਿੰਟ ਦਾ ਇਹ ਵੀਡੀਓ ਹੈਗਾ, ਐਂਡ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਵੀ ਜਦੋਂ ਤੁਸੀਂ ਜੀਪੀ ਨੂੰ ਮਿਲਦੇ ਹੋ ਤੇ ਐਜ਼ ਅ ਪੇਸ਼ੈਂਟ ਕਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਾਂ ਕਿਹੜੀ ਤੁਹਾਨੂੰ ਦੇਣੀ ਚਾਹੀਦੀ ਹੈ। ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ, ਸੋ ਅਸੀਂ ਇਹ ਵੀਡੀਓ ਸ਼ੇਅਰ ਕਰਾਂਗੇ ਤੇ ਐਨੀ ਮੈਸੇਜ ਤੁਸੀਂ ਦੇਣਾ ਚਾਹੋਗੇ ਸਾਡੇ ਵਿਊਅਰਸ ਨੂੰ ਬਿਫੋਰ ਵੀ ਲੀਵ। ਜਿੱਦਾਂ ਤੁਸੀਂ ਜੀਂਦੇ ਸਕੂਨ ਨਾਲ, ਖੁਸ਼ੀ ਨਾਲ, ਦੂਜਿਆਂ ਨੂੰ ਵੀ ਨਾ ਕਿ ਇੱਦਾਂ ਰੱਖੋ, ਦੂਜਿਆਂ ਦੀ ਦਰਦ ਸਮਝੋ, ਉਹਨਾਂ ਦੀ ਦਰਦ ਆਪਣੀ ਦਰਦ ਸਮਝੋ, ਫਿਰ ਤਾਂ ਸਵਾਦ ਆਊਗਾ, ਕਿਉਂਕਿ ਆਪਾਂ ਵੀ ਇੱਕ ਦਿਨ ਬੁੱਢੇ ਹੋ ਜਾਣਾ। ਮੈਂ ਤਾਂ ਹੋ ਹੀ ਗਿਆ ਵਾਂ, ਕੁਲਵੀਰ ਜੀ ਦੱਸੇ ਨਾ ਕਿ ਯੰਗ ਹੈਗੇ, ਪਰ ਉਹ ਖਿਆਲ ਰੱਖੋ ਕਿ ਇੱਕ ਦਿਨ ਆਪਾਂ ਵੀ ਸਿਆਣੇ ਹੋਣਾ ਵਾ। ਸੋ ਦੋਸਤੋ, ਇਹਦੇ ਨਾਲ ਹੀ ਸਾਡਾ ਅੱਜ ਦਾ ਹੈਲਥ ਟਾਕ ਸ਼ੋ ਇੱਥੇ ਸਮਾਪਤ ਹੁੰਦਾ ਹੈ। ਉਮੀਦ ਕਰਦੇ ਕਿ ਜਿਹੜੀ ਇਹ ਇਨਫੋਰਮੇਸ਼ਨ ਐਥੋਰਾਈਟਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਜ਼ਰੂਰ ਤੁਹਾਨੂੰ ਯੂਜ਼ਫੁਲ ਹੋਈ ਹੋਏਗੀ। ਐਂਡ ਤੇ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਸਾਡੀ ਹੈਗੀ ਨੈਸ਼ਨਲ ਰੈਮੇਥਾਇਡ ਐਥੋਰਾਈਟਿਸ ਸੁਸਾਇਟੀ ਵੱਲੋਂ, ਐਂਡ ਇਹਨਾਂ ਦੀ ਵੈਬਸਾਈਟ 'ਤੇ ਅਗਰ ਤੁਸੀਂ ਜਾਂਦੇ ਹੋ ਤੇ ਕਾਫੀ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਇਹਨਾਂ ਨੇ ਪੂਰੀ ਇਨਫੋਰਮੇਸ਼ਨ ਵੀਡੀਓਜ਼ ਦੱਸੇ ਹੋਏ ਹੈ, ਜਿਨ੍ਹਾਂ ਨੂੰ ਕਿਹਾ ਜਾਂਦਾ ਆਪਣੀ ਜੰਗ, ਕਿਉਂਕਿ ਇਹ ਆਪਣੀ ਜੰਗ ਹੈਗੀ ਐਥੋਰਾਈਟਿਸ ਜਿਹੜੀ ਹੈ ਸਾਡੀ ਜੰਗ ਹੈਗੀ ਲਾਈਫ ਟਾਈਮ ਦੇ ਲਈ, ਤੇ ਇਹਨੂੰ ਸੁਧਾਰ ਕਿੱਦਾਂ ਪਾਉਣਾ ਹੈ ਇਸ ਵੀਡੀਓ ਵਿੱਚ ਇਹਨਾਂ ਨੇ ਦੱਸਿਆ ਹੋਇਆ। ਸੋ ਦੇਖਦੇ ਹਾਂ ਇਹ ਵੀਡੀਓ ਤੇ ਤੁਹਾਡੇ ਤੋਂ ਮੈਂ ਲੈਂਦੀ ਹਾਂ ਇਜਾਜ਼ਤ। ਜੈ ਗੁਰਦੇਵ। Hello. In this short video, you will meet Dr. Faika Usman, who is a GP at the Bellevue Medical Centre, who's conducting a consultation with Mrs. Fozia Hussain, who lives with rheumatoid arthritis, and explores her investigations and her experience being referred to the rheumatology team. मेरा नाम डॉक्टर उस्मान है। की हाल है थोड़ा जोड़ां दा दर्द हुण किस तरह है? ਹੁਣ ਕਾਫੀ ਬਿਹਤਰ ਹੈ, ਥੈਂਕ ਯੂ। ਤੇ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਜੋੜਾਂ ਦੀ ਤਕਲੀਫ ਤੁਹਾਨੂੰ? ਪਹਿਲੇ ਮੈਨੂੰ ਤਕਲੀਫ ਹੋਈ ਕਿ ਦਰਦ ਸ਼ੁਰੂ ਹੋਇਆ, ਅੰਗਲੀਆਂ ਦਾ ਦਰਦ ਸ਼ੁਰੂ ਹੋਇਆ, ਐਂਡ ਮੈਂ ਸਮਝਿਆ ਬਸ ਪੈਰਾਸੀਟਾਮੋਲ ਖਾਓ ਤਾਂ ਠੀਕ ਹੋ ਜਾਸੀ, ਪਰ ਬਾਅਦ ਵਿੱਚ ਫਿਰ ਸੋਜਨ ਸ਼ੁਰੂ ਹੋਈ। ਤੇ ਜਦੋਂ ਤੁਹਾਨੂੰ ਤਕਲੀਫ ਸ਼ੁਰੂ ਹੋਈ ਸੀ ਉਸ ਵੇਲੇ ਤੁਹਾਡੇ ਜੋੜ ਅਕੜਦੇ ਵੀ ਸੀ? ਜੀ, ਸੁਭਾਅ ਕਰਨੇ ਸਨ। ਤੇ ਸਿਰਫ ਹੱਥਾਂ ਦੇ ਜੋੜਾਂ ਦੀ ਤਕਲੀਫ ਸੀ ਜਾਂ ਬਾਕੀ ਜੋੜਾਂ ਵਿੱਚ ਵੀ ਦਰਦ ਹੁੰਦਾ ਸੀ? ਪਹਿਲੇ ਸਿਰਫ ਅੰਗਲੀਆਂ ਸ਼ੁਰੂ ਹੋਈਆਂ ਨੇ, ਬਾਅਦ ਵਿੱਚ ਫਿਰ ਬਾਜ਼ੂ ਨੇ ਦਰਦ ਸ਼ੁਰੂ ਹੋਏ, ਤੇ ਫਿਰ ਘੁਟਣਾ ਤੇ ਮਤਲਬ ਸਾਰਾ ਜਿਸਮ ਫਿਰ ਐਂਡ। ਅੱਛਾ, ਤੇ ਉਹਦੇ ਬਾਅਦ ਫਿਰ ਕੀ ਹੋਇਆ ਸੀ? ਮੈਂ ਫਿਰ ਆਈ ਤੇ ਜੀਪੀ ਕੋਲ, ਐਂਡ ਜੀਪੀ ਫਿਰ ਮੇਰੇ ਬਲੱਡਸ ਲੈ। ਅੱਛਾ, ਤੇ ਤੁਹਾਡੇ ਬਲੱਡ ਟੈਸਟ ਪਤਾ ਚੱਲਿਆ ਕਿ ਤੁਹਾਨੂੰ ਰੂਮੇਟਾਇਡ ਆਰਥਰਾਈਟਿਸ ਹੈ। ਤੁਹਾਨੂੰ ਸਮਝ ਹੈ ਇਸ ਗੱਲ ਦੀ ਕਿ ਇਹ ਆਰਥਰਾਈਟਿਸ ਦੂਸਰੇ ਆਰਥਰਾਈਟਿਸ ਨਾਲ ਕਿਸ ਤਰ੍ਹਾਂ ਮੁਖਤਲਿਫ ਹੈਗਾ? ਜੀ, ਮੈਨੂੰ ਦੱਸਿਆ ਗਿਆ ਕਿ ਇਹ ਤਕਲੀਫ ਜੋ ਹੈ ਨਾ, ਇਹ ਉਮਰ ਵਾਲੀ ਜੋ ਆਰਥਰਾਈਟਿਸ ਹੋਣਾ ਉਹ ਚੀਜ਼ ਨਹੀਂ ਹੈ, ਇਹ ਤਕਲੀਫ ਹੈ ਖੂਨ ਦੀ ਤਕਲੀਫ। ਅੱਛਾ, ਤੁਸੀਂ ਬਿਲਕੁਲ ਸਹੀ ਆਖਿਆ। ਇਹ ਆਟੋ ਇਮਿਊਨ ਡਿਸਆਰਡਰ ਹੈ, ਜਿਹਦੇ ਵਿੱਚ ਸਾਡੇ ਜਿਸਮ ਦੇ ਜਿਹੜੇ ਹੈਲਦੀ ਜਿਹੜੇ ਸੈੱਲ ਹੁੰਦੇ ਆਪਣੇ ਹੀ ਸੈੱਲਾਂ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦੇ ਨੇ, ਤੇ ਉਹਦੇ ਨਾਲ ਇਸ ਤਰ੍ਹਾਂ ਦੀ ਦਰਦ ਤੇ ਸੂਜਨ ਤੇ ਇਨਫਲੇਮੇਸ਼ਨ ਸ਼ੁਰੂ ਹੋ ਜਾਂਦੀ ਹੈ ਜਿਸਮ ਦੇ ਮੁxtਲਿਫ ਹਿੱਸਿਆਂ 'ਚ। ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੈ ਇਸ ਬਿਮਾਰੀ ਦੇ ਵਿੱਚ ਇਸ ਕਿ ਇਹ ਬਿਮਾਰੀ ਇਸ ਤਰ੍ਹਾਂ ਨਹੀਂ ਜਿਹੜੀ ਕੁਛ ਅਰਸੇ ਵਿੱਚ ਠੀਕ ਹੋ ਜਾਵੇ, ਕਿਉਰ ਹੋ ਜਾਵੇ। ਇਹ ਬਿਮਾਰੀ ਤੁਹਾਡੇ ਨਾਲ ਸਾਰੀ ਉਮਰ ਰਹਿੰਦੀ ਹੈ, ਤੇ ਅਸੀਂ ਇਸੀ ਵਾਸਤੇ ਤੁਹਾਨੂੰ ਸਪੈਸ਼ਲਿਸਟ ਨੂੰ ਰੈਫਰ ਕੀਤਾ ਹੈ। ਤੁਸੀਂ ਸਪੈਸ਼ਲਿਸਟ ਨੂੰ ਦੇਖ ਲਿਆ? ਤੁਸੀਂ ਵੇਟ ਕਰ ਰਹੇ ਹੋ? ਨਹੀਂ, ਮੈਂ ਦੇਖਿਆ, ਸਪੈਸ਼ਲਿਸਟ ਨਾਲ ਮੇਰੀ ਗੱਲ ਹੋਈ, ਐਂਡ ਦੈਨ ਫਿਰ ਨਰਸਾਂ ਵੀ ਨੰਬਰ ਹੈ ਤੇ ਡਾਕਟਰ ਨਾਲ ਵੀ ਦਿੱਤਾ ਨੇ, ਜੀਪੀ ਨਾਲ ਦਿੱਤਾ ਨੇ, ਐਂਡ ਦੈਨ ਫਿਰ ਉਹਨਾਂ ਨਾਲ ਆਪਣਾ ਵੀ। ਤੇ ਤੁਹਾਡਾ ਦਵਾਈਆਂ ਦਾ ਇਲਾਜ ਸ਼ੁਰੂ ਹੋ ਗਿਆ? ਕਿਸ ਤਰ੍ਹਾਂ ਤੁਸੀਂ ਦਵਾਈਆਂ ਦੇ ਨਾਲ ਮਹਿਸੂਸ ਕੀਤਾ? ਹਾਂ, ਪਹਿਲੇ ਇੱਕ ਦਵਾਈ ਦਿੱਤੀ ਨੇ,
एंड मैं खाधी ਉਹ ਫਿਰ 1 ਸਾਲ ਤੋਂ ਬਾਅਦ ਮੈਨੂੰ ਥੋੜੀ ਫਿਰ ਤਕਲੀਫ ਹੋਈ ਤੇ ਉਹਨਾਂ ਦੂਸਰੀ ਦਵਾਈ ਦੱਸੀ ਦੂਸਰੀ ਦਵਾਈ ਤੋਂ ਮੈਂ ਘਬਰਾਹਟ ਹੋਈ ਹੈ ਕਿਉਂਕਿ ਉਸਨੇ ਨਾਲ ਉਹਨਾਂ ਕਾਫੀ ਮੋਨੀਟਰ ਕਰਨਾ ਸੀ ਖੂਨ ਲੈਣਾ ਪੈਣਾ ਸੀ ਉਹ ਖੂਨ ਲੈਣੇ ਨਾਲ ਮੈਂ ਘਬਰਾਹਟ ਹੋਈ ਲੇਕਿਨ ਜਦੋਂ ਤਕਲੀਫ ਹੋਈ ਫਿਰ ਮੈਂ ਕਿਹਾ ਜਿਸ ਜੋ ਵੀ ਦਵਾਈ ਦਿਓ ਮੈਂ ਲੈਣੇ ਵਾਸਤੇ ਤਿਆਰ ਹਾਂ ਐਂਡ ਫਿਰ ਸ਼ੁਰੂ ਕੀਤੀ ਦਵਾਈ ਨੇ ਆਪਣੇ ਅਸਰ अच्छा नहीं सी लेकिन थोड़े टाइम तो बाद मैं देखा कि मेरी जोड़ा ने तकलीफ घट होनी पी एंड फिर मैं ठीक मैं क्या नहीं ये काम करनी दवाई ਤੇ ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਹਾਨੂੰ ਲੱਗਦਾ ਤੁਹਾਡੀ ਤਕਲੀਫ ਜਿਹੜੀ ਹੈ ਦਵਾਈ ਲੈਣ ਦੇ ਬਾਅਦ ਘਟ ਗਈ ਹੈ जी नहीं हुन काफ़ी फ़र्क है जोड़ा ने तकलीफ है होनी भी है लेकिन दवाई कंट्रोल करनी पी ਤੇ ਜਦੋਂ ਅਸੀਂ ਰੈਫਰ ਕਰਨੇ ਤੁਹਾਨੂੰ ਹਸਪਤਾਲ ਵਿੱਚ ਉੱਥੇ ਇੱਕ ਤੇ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਰੋਮੈਟੋਲੋਜਿਸਟ ਉਹਦੇ ਨਾਲ ਹੋਰ ਲੋਕੀ ਵੀ ਕੰਮ ਕਰਦੇ ਨੇ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਹ ਬਿਮਾਰੀ ਜਿਹੜੀ ਹੈ ਇਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹਿੰਦੀ ਹੈ ਤੇ ਜ਼ਰੂਰਤ ਪੈ ਸਕਦੀ ਹੈ ਤੁਹਾਨੂੰ ਫਿਜ਼ੀਓਥੈਰੇਪਿਸਟ ਦੀ ਔਰ ਆਕੂਪੇਸ਼ਨਲ ਥੈਰੇਪਿਸਟ ਦੀ ਇਹ ਜਿਹੜੇ ਲੋਕੀ ਨੇ ਇਹ ਵਰਜ਼ਿਸ਼ ਕਰਾਉਂਦੇ ਨੇ ਤੁਹਾਡੇ ਜੋੜਾਂ ਦੀ ਤੇ ਆਕੂਪੇਸ਼ਨਲ ਥੈਰੇਪਿਸਟ ਜਿਹੜੇ ਹੈ ਉਹ ਤੁਹਾਡੇ ਘਰ ਵਿੱਚ ਆ ਕੇ ਡਿਫਰੈਂਟ ਤਰ੍ਹਾਂ ਦੀ ਐਡਜਸਟਮੈਂਟਸ ਕਰ ਸਕਦੇ ਨੇ ਅਗਰ ਤੁਹਾਨੂੰ ਕਿਸੇ ਵੇਲੇ ਲੋੜ ਪੈਣ ਇਹਨਾਂ ਚੀਜ਼ਾਂ ਦੀ ਤੇ ਉਹਦੇ ਨਾਲ ਸਾਈਕੋਲੋਜੀਕਲ ਸਪੋਰਟ ਵੀ ਅਵੇਲੇਬਲ ਹੈ ਕਿਉਂਕਿ ਜਿਨ ਲੋਕਾਂ ਨੂੰ ਇਸ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਜ਼ਹਿਨੀ ਪਰੇਸ਼ਾਨੀ ਹੁੰਦੀ ਹੈ ਕਦੇ ਉਹਨਾਂ ਨੂੰ ਡਿਪਰੈਸ਼ਨ ਵੀ ਮਹਿਸੂਸ ਹੁੰਦਾ ਹੈ ਤੇ ਫਿਰ ਸਾਈਕੋਲੋਜੀਕਲ ਸਪੋਰਟ ਦੀ ਲੋੜ ਪੈ ਸਕਦੀ ਹੈ ਤੁਹਾਨੂੰ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਲੋੜ ਪਈ ਹੈ मैं नर्सिस नहीं तक उत्थे वाली जो नर्सिस सन उन्हां नाल मेरी ये होनी सी क्योंकि तकलीफ ज़्यादा होनी सी ते फिर मैं समझ नहीं लगनी सी मैं क्या करा वो फिर मैं करनी सी उसे टाइम उठानियां सी ते जे मैसेज भी छोड़ो तो वापस बहुत जल्दी फ़ोन करनियां सन फिजियोथेरेपिस्ट ना भी पता सी कि है बट मैं फिर यूज़ करने उसे ला यूज़ करो जो तुसां की ज़रूरत है जे ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇਲਾਜ ਦੇ ਨਾਲ ਫਰਕ ਪਿਆ ਹੈ ਕਾਫੀ ਇਹ ਮੁਸ਼ਕਿਲ ਬਿਮਾਰੀ ਹੈ ਇਹਦੇ ਨਾਲ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੈ ਲੇਕਿਨ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਅਗਰ ਤੁਹਾਡੇ ਕਿਸੇ ਜਾਣਨ ਵਾਲੇ ਨੂੰ ਖਾਨਦਾਨ ਵਿੱਚ ਦੋਸਤਾਂ ਵਿੱਚ ਇਹ ਬਿਮਾਰੀ ਹੋਏ ਤੁਸੀਂ ਕੀ ਮੈਸੇਜ ਦਿਓਗੇ ਉਹਨੂੰ पहले मैं कैसा जो डॉक्टर कहना है जीपी कहना है उन्होंने गल सुनो असा दवाई नहीं छोड़नी लोग हर जगह तो कैसन ये करो देसी इलाज कर ये खा वो खा जितना मर्जी कह थैंक यू लेकिन जो जीपी वाली कैसन दवाई लियो फिजियो करो एक्सरसाइजेस करो वो चीज़ काम वैसी और चीज़ां नहीं कमानियां एंड सब तो बड़ी गल है अपनी फैमिली ना सपोर्ट भी लियो हिम्मत तो बाहर काम नहीं करना क्योंकि इंसान इसलिए असाने जोर कमज़ोर होए होने ने कि हिम्मत तो बाहर काम करो और फिर ज़्यादा तकलीफ असा की उसी है सो जस्ट रिमेंबर कि असानी बॉडी है असा लुक आफ्टर करना है तो फिर अपने आप की लुक आफ्टर करो इस तरह 3 चीज़ां ਤੇ ਇਹਦੇ ਨਾਲ ਤੁਸੀਂ ਵੀ ਜਿਹੜੇ ਤੁਹਾਡੇ ਹਸਪਤਾਲ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਹੋਰ ਜਿਹੜੇ ਟੀਮਾਂ ਇਨਵੋਲਵ ਨੇ ਉਹਨਾਂ ਨਾਲ ਮਿਲ ਕੇ ਕੰਮ ਕਰੋ ਤੇ ਉਸ ਤੁਹਾਨੂੰ ਬਿਹਤਰ ਇਲਾਜ ਬਿਹਤਰ ਕੇਅਰ ਮਿਲੇਗੀ ਤੇ ਤੁਹਾਡੀ ਬਿਮਾਰੀ ਜੋ ਹੈ ਉਹ ਅੰਡਰ ਕੰਟਰੋਲ ਰਹੇਗੀ ਠੀਕ ਹੈ ਤੇ ਜਦੋਂ ਵੀ ਤੁਹਾਨੂੰ ਲੋੜ ਪਏ ਤੁਸੀਂ ਆਪਣੇ ਜੀਪੀ ਨੂੰ ਕੰਟੈਕਟ ਕਰੋ ਔਰ ਅਸੀਂ ਤੁਹਾਡੀ ਮਦਦ ਦੇ ਲਈ ਹਾਜ਼ਰ ਨੇ ਥੈਂਕ ਯੂ